ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਦੀਪ ਕੌਰ ਆਪ ਸਾਰੇ ਦਰਸ਼ਕਾਂ ਦਾ ਇੱਕ ਬਾਣੀ ਚੈਨਲ ਉੱਤੇ ਜੀ ਆਇਆਂ ਨੂੰ ਆਖਦੀ ਹਾਂ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪ ਜੀ ਨੂੰ ਐਸੀ ਸ਼ਖਸੀਅਤਾਂ ਦੇ ਰੂਬਰੂ ਕਰਵਾਇਆ ਜਾਏ ਜਿਨ੍ਹਾਂ ਦੇ ਜੀਵਨ ਤੋਂ ਸਾਨੂੰ ਕੋਈ ਸੇਧ ਮਿਲੇ। ਸੋ ਅੱਜ ਸਾਡੇ ਨਾਲ ਹਨ ਵੀਰ ਅਮਨਦੀਪ ਸਿੰਘ ਜੀ। ਕੋਈ ਵਿਰਲਾ ਹੀ ਹੋਏਗਾ ਜੋ ਇਹਨਾਂ ਨੂੰ ਨਹੀਂ ਜਾਣਦਾ ਹੋਏਗਾ। ਸੋ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਜੀ ਦਾ ਇੱਕ ਬਾਣੀ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਵੀਰ ਜੀ ਆਪਣੇ ਬਾਰੇ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਓ। ਜੀ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ। ਮੈਂ ਪਹਿਲੇ ਰਿਹਾੜੀ ਰਹਿੰਦਾ ਸੀ, ਹੁਣ ਥੋੜ੍ਹੀ ਦੇਰ ਵਾਸਤੇ ਛੰਨੀ ਆਇਆ, ਸ਼ਿਫਟ ਹੋਇਆ। ਅਤੇ ਬਾਏ ਪ੍ਰੋਫੈਸ਼ਨ ਆਇਆ ਮੈਂ ਗ੍ਰਾਫਿਕ ਡਿਜ਼ਾਈਨਰ। ਮੈਂ ਗ੍ਰਾਫਿਕ ਡਿਜ਼ਾਈਨਰ ਹਾਂ ਅਤੇ ਨਾਲ ਮਹਾਰਾਜ ਦੀ ਕਿਰਪਾ ਨਾਲ ਜੋ ਮਹਾਰਾਜ ਸੇਵਾ ਬਖਸ਼ਦੇ ਨੇ ਉਹ ਨਾਲ ਕਰਦੇ ਰਹਿੰਦੇ ਹਾਂ ਅਸੀਂ। ਅਤੇ ਜਿਹੜਾ ਮਤਲਬ ਸਿੱਖੀ ਸਰੂਪ ਜਾਂ ਅਸੀਂ ਅੰਮ੍ਰਿਤ ਛਕੇ ਦਾ ਉਹ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ? ਜੀ ਮੈਂ ਤਾਂ ਪੂਰਾ ਫਰੈਂਕ ਹੋ ਕੇ ਓਪਨਲੀ ਦੱਸਾਂਗਾ, ਮੈਂ ਗੁਰਸਿੱਖ ਨਹੀਂ ਸੀ ਪਹਿਲੇ ਬਿਲਕੁਲ। ਹਾਲੇ ਵੀ ਕੋਸ਼ਿਸ਼ ਕਰ ਰਿਹਾ ਗੁਰਸਿੱਖ ਬਣਨ ਦੇ ਪੂਰੇ। ਅਤੇ ਘਰ ਦਾ ਮਤਲਬ ਮਾਹੌਲ ਸੀ ਜਾਂ ਕਿੱਦਾਂ ਰਿਹਾ? ਬੇਸਿਕਲੀ ਮੇਰੇ ਦਾਦਾ ਜੀ ਜੋ ਸਨ, ਬੜੀ ਮਹਾਰਾਜ ਦੀ ਕਿਰਪਾ ਸੀ, ਅਸੀਂ ਸ਼ਾਇਦ ਮਹਾਂਪੁਰਖਾਂ ਦਾ ਹੀ ਖਾ ਰਹੇ ਹਾਂ। ਉਹ ਖੁਦ ਰਹਿੰਦੇ ਸੀ ਪਹਿਲੇ ਉੱਥੇ, ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਹੁੰਦਾ ਸੀ ਉਹਨਾਂ ਨੇ। ਘਰ ਹੀ ਗੁਰਦੁਆਰਾ ਸਾਹਿਬ ਸਨ ਅਤੇ ਉਹਨਾਂ ਦਾ 2:30 ਵਜੇ ਦਾ ਅੰਮ੍ਰਿਤ ਵੇਲਾ ਸੀ। ਬੱਚਿਆਂ ਨੂੰ ਪਾਠ ਸਿਖਾਇਆ ਉਹਨਾਂ ਨੇ ਅਤੇ ਸ਼ਾਇਦ ਉਹੀ ਕੁਛ ਸੀ ਕੰਨ ਜੋ ਅੱਗੇ ਟਰਾਂਸਫਰ ਹੁੰਦੇ ਨੇ ਕੁਛ। ਅਤੇ ਬਚਪਨ ਵਿੱਚ ਤਾਂ ਅੰਮ੍ਰਿਤ ਛਕਿਆ ਸੀ ਮਗਰ ਕੁਛ ਪਤਾ ਨਹੀਂ ਸੀ ਨਿਤਨੇਮ ਦੇ ਬਾਰੇ ਵਿੱਚ, ਜਾਂ ਸਿਰਫ ਕਿਰਪਾਨ ਦਾ ਪਤਾ ਸੀ। ਅੰਮ੍ਰਿਤ ਛਕੇ ਬਸ ਕਿਰਪਾਨ ਬਾਣੀ ਹੁੰਦੀ ਹੈ। 6-7 ਤੁਸੀਂ ਇਕੱਲੇ ਸੋ ਘਰ ਕੀ ਹੋਰ ਵੀ ਭੈਣ ਭਰਾ ਜਾਂ ਕੋਈ? ਹਾਂ, ਮੇਰੇ ਵੱਡੇ ਵੀਰ ਨੇ, ਉਹ ਇਸ ਵੇਲੇ ਆਸਟ੍ਰੇਲੀਆ ਨੇ। ਭਰਜਾਈ ਵੀ ਨੇ ਅਤੇ ਉੱਥੇ ਨੇ। ਅਤੇ ਪਾਪਾ ਦੀ ਡੈਥ ਹੋ ਗਈ ਸੀ ਮੇਰੇ 2005 ਵਿੱਚ, ਅਤੇ ਮਾਤਾ ਜੀ ਨੇ ਨਾਲ। ਅਤੇ ਅਸੀਂ ਅੰਮ੍ਰਿਤ ਛਕਿਆ ਹੋਇਆ ਸੀ ਪਹਿਲੇ, ਮੇਰੇ ਅਤੇ ਬ੍ਰਦਰ ਨੇ, ਮਗਰ ਅਸੀਂ ਪਾਠ ਵਗੈਰਾ ਨਹੀਂ ਕਰਦੇ ਸੀ। ਅਤੇ ਨਾਲ ਥੋੜ੍ਹੀ ਮੇਰੀ ਲਾਈਨ ਵੀ ਡਿਫਰੈਂਟ ਸੀ। ਮੈਂ ਥੋੜ੍ਹਾ ਪੰਗੇਬਾਜ਼ ਜਿਹਾ ਹੁੰਦਾ ਸੀ। ਹਰ ਇੱਕ ਬੰਦੇ ਦਾ ਪਾਸਟ ਹੁੰਦਾ ਅਤੇ ਮੇਰਾ ਥੋੜ੍ਹਾ ਵੈਸਾ ਪਾਸਟ ਸੀ। ਅਤੇ ਇੱਕ ਵੀਰ ਆਏ ਮੇਰੀ ਕੋਂਟੈਕਟ ਵਿੱਚ, ਉਹ ਰਵਿੰਦਰ ਸਿੰਘ ਨਾਮ ਆ ਉਹਨਾਂ ਦਾ, ਸ਼ਾਇਦ ਉਹ ਵੀ ਦੇਖਾਂਗੇ। ਅਤੇ ਉਹਨਾਂ ਨਾਲ ਇਸ ਤਰ੍ਹਾਂ ਮੇਰੀ ਗੱਲ ਹੋਈ ਔਨਲਾਈਨ, ਅਤੇ ਉਹ ਕਹਿੰਦੇ ਤੁਹਾਨੂੰ ਨਿਤਨੇਮ ਕਰਦੇ ਹੋ? ਮੈਂ ਕਿਹਾ ਕਦੇ ਕਦੇ ਜਪਜੀ ਸਾਹਿਬ ਕਰ ਲੈਂਦੇ ਹਾਂ। ਫਿਰ ਕਹਿੰਦੇ ਕਿ ਤੁਹਾਨੂੰ ਪਤਾ ਅੰਮ੍ਰਿਤ ਵੇਲਾ ਕੀ ਹੁੰਦਾ? ਮੈਂ ਕਿਹਾ ਸਵੇਰੇ 5 ਵਜੇ ਸ਼ੁਰੂ ਹੁੰਦਾ। ਕਹਿੰਦੇ ਨਹੀਂ, ਰਾਤੀ 12 ਵਜੇ ਤੋਂ ਬਾਅਦ ਦਿਨ ਚੜ੍ਹ ਜਾਂਦਾ ਅਤੇ ਤੁਸੀਂ ਉਸ ਤੋਂ ਬਾਅਦ ਨੇਮ ਕਰ ਸਕਦੇ ਹੋ। ਅਤੇ ਫਿਰ ਅਸੀਂ ਅੰਮ੍ਰਿਤ ਵੇਲਾ ਕਰਨਾ ਸ਼ੁਰੂ ਕੀਤਾ, ਮਤਲਬ ਰਾਤ ਨੂੰ 12 ਵਜੇ, 12:30 ਵਜੇ, 1 ਵਜੇ, ਕਿਉਂਕਿ ਮੈਂ ਰਾਤ ਨੂੰ ਪੜ੍ਹਦਾ ਸੀ, ਲੇਟ ਸੌਂਦਾ ਸੀ, ਕਈ ਵਾਰੀ ਕੰਮ ਕਰਦਾ ਸੀ, ਲੇਟ ਸੌਂਦਾ ਸੀ। ਫਿਰ ਉਸ ਤੋਂ ਬਾਅਦ ਰਾਤੀ ਨਿਤਨੇਮ ਕਰਕੇ ਸੋਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਪਤਾ ਚੱਲਿਆ ਕਿ ਨਿਤਨੇਮ ਕਿਉਂ ਹੁੰਦਾ। ਤੁਸੀਂ ਇਕੱਲੇ ਜਾਂ ਵੱਡੇ ਵੀਰ ਵੀ ਨਾਲ? ਪਹਿਲੇ ਮੈਂ ਸਟਾਰਟ ਕੀਤਾ, ਫਿਰ ਵੱਡੇ ਵੀਰ ਨੇ ਸਟਾਰਟ ਕੀਤਾ। ਵੱਡੇ ਵੀਰ ਪਹਿਲੇ ਤੋਂ ਕਰਦੇ ਸੀ ਵਿੱਚ ਅਤੇ ਮਗਰ ਜਿਸ ਵੇਲੇ ਉਹ ਵੀ ਉਹਨਾਂ ਦੇ ਕੋਂਟੈਕਟ ਵਿੱਚ ਆਏ, ਫਿਰ ਕਹਿੰਦੇ ਨਾ ਸੰਗਤ ਦੇ ਨਾਲ ਹੁੰਦਾ ਅੱਗੇ, ਅਤੇ ਫਿਰ ਉਹਨਾਂ ਨੇ ਵੀ ਪਾਠ ਕਰਨਾ ਸ਼ੁਰੂ ਕੀਤਾ। ਅਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਸਰਕਲ ਚੱਲ ਪਿਆ। ਫਿਰ ਰਿਹਾੜੀ ਦੇ ਵੀਰ ਮਿਲੇ, ਹੋਰ ਵੀ ਸੰਗਤ ਮਿਲੀ, ਅਤੇ ਕੀਰਤਨ ਵੀ ਜਿਸ ਤਰ੍ਹਾਂ ਆਉਂਦੇ ਜਾਓ ਅਤੇ ਫਿਰ ਉਸ ਤਰ੍ਹਾਂ ਸੰਗਤ ਰੰਗ ਚੜ੍ਹਾਉਂਦੀ ਰਹਿੰਦੀ ਹੈ ਆਪਣਾ। ਜਿਵੇਂ ਅਸੀਂ ਦੇਖਦੇ ਹਾਂ ਹਮੇਸ਼ਾ ਤੁਹਾਨੂੰ ਨਗਰ ਕੀਰਤਨ ਵਿੱਚ ਵੀ ਦੇਖਦੇ ਹਾਂ ਗੱਤਕਾ ਖੇਡਦੇ, ਮਤਲਬ ਉਹ ਗੱਤਕਾ ਕਿਵੇਂ ਤੁਹਾਡੀ ਲਾਈਫ ਵਿੱਚ ਐਂਟਰ ਹੋਇਆ? ਅਸੀਂ ਨਾ ਉਸ ਟਾਈਮ ਛੋਟੇ ਸੀ, ਅਤੇ ਇਹ ਬੜਾ ਇੰਸੀਡੈਂਟ ਹੈ ਇਹ ਸੋਚਣ ਵਾਲਾ। ਸੁਖਪ੍ਰੀਤ ਸਿੰਘ ਉਦੋਕੇ ਤੁਸੀਂ ਸਾਰਿਆਂ ਨੇ ਸੁਣਿਆ, ਉਹਨਾਂ ਦੀ ਇੱਕ ਵੀਡੀਓ ਹੈ ਤਬੇ ਰੋਜ਼ ਆ ਗਿਆ, YouTube 'ਤੇ ਵੀ ਹੈ। ਉਹਦੇ ਦੱਸਿਆ ਗਿਆ ਕਿ ਸਿੱਖੀ ਦਾ ਕਿਸ ਤਰ੍ਹਾਂ ਘਾਣ ਕੀਤਾ ਜਾ ਰਿਹਾ ਅੱਜ ਦੇ ਟਾਈਮ ਵਿੱਚ, ਕਿਸ ਤਰ੍ਹਾਂ ਇਹਨਾਂ ਨੂੰ ਪਾਰਟ ਆਫ ਅਦਰ ਰਿਲੀਜਨ ਜਾਂ ਮਤਲਬ ਸਾਨੂੰ ਤੋੜ ਮਰੋੜ ਕਰਕੇ ਸਾਡੇ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ। ਮੈਂ ਔਰ ਮੇਰੇ ਵੀਰ ਨੇ ਉਹ ਵੀਡੀਓ ਦੇਖੀ ਅਤੇ ਸਾਨੂੰ ਬੜਾ ਦੁੱਖ ਹੋਇਆ। ਅਸੀਂ ਸੋਚਿਆ ਕੁਝ ਕਰਨਾ ਚਾਹੀਦਾ। ਕਿਸੇ ਨੇ ਤੁਹਾਨੂੰ ਦੱਸੀ ਸੀ ਜਾਂ ਕਿਸ ਤਰ੍ਹਾਂ? ਸਾਨੂੰ ਇੱਕ ਵੀਰ ਨੇ ਨਾ ਆਡੀਓ ਫਾਈਲਸ ਦਿੱਤੀ ਸੀ ਮਸਕੀਨ ਜੀ ਦੀ ਕਥਾ ਦੀ, ਉਹ ਸਭ ਇਕੱਠੀ ਕਰਕੇ ਦਿੱਤੀ ਸੀ। ਅਤੇ ਉਹ ਇਸ ਤਰ੍ਹਾਂ ਹੀ ਵੀਡੀਓ ਵਿੱਚ ਸਾਨੂੰ ਮਿਲੀ, ਅਸੀਂ ਇਸ ਤਰ੍ਹਾਂ ਹੀ ਦੇਖਣਾ ਸ਼ੁਰੂ ਕੀਤੀ ਅਤੇ ਬਹੁਤ ਜ਼ਿਆਦਾ ਉਹਦੇ ਸਾਨੂੰ ਦੁੱਖ ਹੋਇਆ। ਤੁਸੀਂ ਹੁਣੇ ਵੀ ਉਹ ਵੀਡੀਓ ਦੇਖੋਗੇ ਨਾ ਅਤੇ ਤੁਸੀਂ, ਮੈਂ ਕਹਿੰਦਾ ਕਿ ਤੁਹਾਡੇ ਅੱਖਾਂ ਵਿੱਚ ਅੱਥਰੂ ਆ ਜਾਣਗੇ ਕਿ ਸਾਡੇ ਸਿੱਖੀ ਨਾਲ ਕੀ ਹੋ ਰਿਹਾ, ਅਸੀਂ ਕਲਚਰ ਵਾਸਤੇ ਕੀ ਕੀਤਾ, ਅਸੀਂ ਦੁਨੀਆ ਵਾਸਤੇ ਕੀ ਕੀਤਾ ਔਰ ਸਾਡੇ ਨਾਲ ਕੀ ਕੀਤਾ ਜਾ ਰਿਹਾ। ਉਹ ਵੀਡੀਓ ਦੇਖੀ, ਸਾਨੂੰ ਹੋਇਆ ਕਿ ਸਾਨੂੰ ਕੁਝ ਕਰਨਾ ਚਾਹੀਦਾ। ਅਤੇ ਉਸ ਟਾਈਮ ਅਸੀਂ ਛੋਟੇ ਸੀ, ਸਾਡੇ ਵੱਡੇ ਵੀਰ ਕਜ਼ਨ ਵਗੈਰਾ ਸਾਰੇ ਨਾ ਨੌਜਵਾਨ ਸੇਵਾਦਾਰ ਸਭਾ ਦੇ ਮੈਂਬਰ ਸੀ ਰਿਹਾੜੀ ਗੁਰਦੁਆਰਾ ਸਾਹਿਬ। ਅਸੀਂ ਉਹਨਾਂ ਸਾਰਿਆਂ ਨੂੰ ਬੁਲਾਇਆ ਇੱਕ ਦਿਨ ਕਿ ਤੁਸੀਂ ਸਾਡੇ ਘਰ ਆਓ, ਅਸੀਂ ਤੁਹਾਨੂੰ ਇੱਕ ਮੂਵੀ ਦੱਸਣੀ ਹੈ। 1.5 ਘੰਟੇ ਦੀ ਉਹ ਸੀ ਵੀਡੀਓ, ਪੂਰੀ 1.5 ਘੰਟੇ ਦੀ ਵੀਡੀਓ ਦੱਸੀ। ਫਿਰ ਅਸੀਂ ਉਹਨਾਂ ਨੂੰ ਬੋਲਿਆ ਅਸੀਂ ਉਹਨੂੰ ਅਖਾੜਾ ਖੋਲ੍ਹਣਾ ਚਾਹੁੰਦੇ ਹਾਂ। ਉਹਨਾਂ ਨੇ ਵੀ ਪੂਰਾ ਬੋਲਿਆ ਹਾਂ ਅਸੀਂ ਕਿੱਟ ਲਾਂਗੇ। ਉਹ ਦੂਸਰੇ ਦਿਨ ਹੀ ਜਾ ਕੇ ਕਿੱਟ ਲਾਏ। ਰਣਜੀਤ ਵੀਰ ਸੀ, ਉਹਨਾਂ ਨੂੰ ਬੋਲਿਆ ਕਿ ਤੁਸੀਂ ਆ ਕੇ। ਜਿਹੜੀ ਕਿੱਟ ਸੀ ਉਹ ਮਤਲਬ ਵੀਰ ਤੁਹਾਡੇ ਸਾਰੇ ਲੈ ਕੇ ਆਏ ਕੰਟਰੀਬਿਊਸ਼ਨ ਕਰਕੇ? ਕੰਟਰੀਬਿਊਸ਼ਨ ਕਰਕੇ, ਕਿਉਂਕਿ ਆਲਰੇਡੀ ਉਹ ਸਮਾਗਮ ਵਗੈਰਾ ਮਨਾਉਂਦੇ ਸੀ ਅਤੇ ਸਮਾਗਮ ਦਾ ਪੈਸਾ ਜਿਹੜਾ ਬਚਦਾ ਸੀ ਉਹ ਰੱਖਦੇ ਸੀ ਕਿਸੇ ਅੱਛੇ ਕਾਜ਼ ਵਾਸਤੇ। ਅਤੇ ਫਿਰ ਕਿੱਟ ਲੈ ਕੇ ਆਏ ਅੰਮ੍ਰਿਤਸਰ ਤੋਂ ਪੂਰੇ ਗੱਤਕੇ ਦੀ। ਗੱਤਕਾ ਅਖਾੜਾ ਸ਼ੁਰੂ ਹੋਇਆ ਅੱਜ ਤੋਂ 12-13 ਸਾਲ ਪਹਿਲੇ ਦੀ ਗੱਲ ਹੈ, 14 ਸਾਲ ਹੋ ਹੀ ਗਏ ਨੇ। ਅਤੇ ਅਪਰੋਕਸੀਮੇਟਲੀ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ ਕਿ ਜੋੜ ਕੇ ਰੱਖਿਆ ਔਰ ਵੀਰ ਕਾਫੀ ਜੁੜੇ, ਹੁਣ ਅਖਾੜੇ ਚੱਲ ਹੀ ਰਹੇ ਨੇ। ਮਤਲਬ ਉਸ ਟਾਈਮ ਤੁਸੀਂ ਗੱਤਕਾ ਸਿੱਖਣਾ ਸ਼ੁਰੂ ਕੀਤਾ ਸੀ? ਉਸ ਟਾਈਮ ਗੱਤਕਾ ਸਿੱਖਣਾ ਸ਼ੁਰੂ ਕੀਤਾ ਸੀ, ਸਟਾਰਟ ਹੀ ਉਦੋਂ ਹੋਇਆ ਸੀ। ਅਤੇ ਉੱਥੇ ਉਸਤਾਦ ਜੀ ਕੌਣ ਸਨ? ਰਣਜੀਤ ਸਿੰਘ ਸਨ। ਅੱਛਾ, ਮੜ ਰਹਿੰਦੇ ਨੇ। ਅਤੇ ਉਹਨਾਂ ਨੂੰ ਅਪਰੋਚ ਕੀਤੀ ਅਸੀਂ ਕਿ ਤੁਸੀਂ ਆ ਕੇ ਸਿਖਾਉਣਾ ਹੈ। ਫਿਰ ਉਹਨਾਂ ਨੇ ਆ ਕੇ ਸਾਨੂੰ ਸਿਖਾਉਣਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਵੱਡੇ ਵੀਰ ਵੀ ਅਤੇ ਤੁਸੀਂ ਵੀ? ਹਾਂਜੀ, ਸਾਰੇ। ਔਰ ਕਾਫੀ ਜੋ ਨੌਜਵਾਨ ਸੇਵਾਦਾਰ ਸਭਾ ਦੇ ਮੈਂਬਰ ਸੀ ਉਸ ਟਾਈਮ, ਉਹ ਵੀ ਕਾਫੀ ਹੋਰ ਵੀਰ ਭੈਣਾਂ ਬਾਕੀ ਸਾਰੇ ਆ ਕੇ ਜੁੜੇ ਅਤੇ ਉਹਨਾਂ ਨੇ ਸਾਰਿਆਂ ਨੇ ਮਤਲਬ ਕਿਹਾ ਕਿ ਬਹੁਤ ਵਧੀਆ ਉਪਰਾਲਾ ਹੈ।
ਤੇ ਉਹ ਹਾਲੇ ਤੱਕ ਜਿਹੜੇ ਅਖਾੜਾ ਮਤਲਬ ਚੱਲ ਰਿਹਾ। ਪਹਿਲੇ ਉਸ ਟਾਈਮ ਦੇ ਬੱਚੇ ਸਿੱਖ ਰਹੇ ਸਨ, ਉਹ ਅੱਜ ਵੀ ਕਰਦੇ ਨੇ ਗੱਤਕਾ? ਹਾਂਜੀ ਬਿਲਕੁਲ, ਕਾਫੀ ਉਸ ਟਾਈਮ ਕਾਫੀ ਵੀਰ ਐਸੇ ਸਨ ਜੋ ਉਸ ਟਾਈਮ ਵੀ ਹਨ ਔਰ ਹਾਲੇ ਤੱਕ ਹਨ। ਹੁਣ ਕਈ ਜੇ ਉਹ ਹਨ ਜੌਬ ਕਰਨ ਅੱਗੇ ਪਿੱਛੇ ਚਲੇ ਗਏ, ਸਟੱਡੀਜ਼ ਵਾਸਤੇ ਅੱਗੇ ਪਿੱਛੇ ਚਲੇ ਗਏ, ਪਰ ਮੈਕਸਿਮਮ ਵੀਰ ਹਾਲੇ ਵੀ ਹਨ, ਹਾਲੇ ਵੀ ਜੁੜੇ ਹੋਏ ਨੇ, ਉਹ ਸੇਵਾ ਕਰ ਰਹੇ ਨੇ। ਕੰਟੀਨਿਊ ਰੱਖੇ ਦਾ ਉਹਨਾਂ ਨੇ Continue ਗੱਤਕਾ ਚੱਲ ਰਿਹਾ। ਆਪਣਾ। ਹਾਲੇ ਵੀ ਤੁਸੀਂ ਜਾਓ ਰਿਹਾੜੀ ਤੇ ਉੱਥੇ ਹੁੰਦਾ, ਉਹ ਨਾਲ ਸਾਡਾ ਇੱਕ ਅਖਾੜੇ ਦਾ ਮੋਟਿਵ ਹੁੰਦਾ ਸੀ ਨਾ, ਸਾਰੇ ਵੀਰ ਬੜੇ ਵਧੀਆ ਸੀ ਸਾਡੇ ਨਾਲ, ਤੇ ਅਸੀਂ ਮੇਨ ਰੱਖਿਆ ਹੁੰਦਾ ਸੀ ਪਹਿਲੇ ਜਦੋਂ ਅਖਾੜੇ ਨੂੰ ਬੱਚੇ ਇੱਕਦਮ ਨਹੀਂ ਕਹਿੰਦੇ ਸੀ ਦਸਤਾਰ ਸਜਾਓ, ਅਸੀਂ ਕਹਿੰਦੇ ਸੀ ਪਹਿਲੇ ਤੁਸੀਂ ਆਓ ਅਖਾੜੇ, ਫਿਰ ਅਸੀਂ ਦੱਸਣਾ ਉਹਨੂੰ ਦਸਤਾਰ ਸਜਾ ਕੇ ਆਉਣਾ, ਕਿਉਂਕਿ ਸੇਫਟੀ ਰਹਿੰਦੀ ਹੈ। ਕੋਈ ਸ਼ਸਤਰ ਵੱਜੇ ਸਿਰ ਉੱਪਰ ਡਾਂਗ ਵੱਜੇ ਤੁਹਾਨੂੰ ਲੱਗੇਗੀ ਨਹੀਂ, ਹੋਰ ਬੱਚੇ ਨੂੰ ਇੰਟਰਸਟ ਪੈਦਾ ਹੁੰਦਾ ਸੀ, ਨਹੀਂ ਆਂਦੀ ਅਸੀਂ ਬਣ ਦਿਆਂਗੇ। ਫਿਰ ਉਸ ਤੋਂ ਬਾਅਦ ਪੰਜਾਬੀ ਸਿਖਾਉਣਾ ਸ਼ੁਰੂ ਕੀਤਾ, ਫਿਰ ਐਸੇ ਸਹਿਜ ਪਾਠ ਕਰਾਉਣਾ ਸ਼ੁਰੂ ਕੀਤਾ, ਤੇ ਮਹਾਰਾਜ ਦੀ ਕਿਰਪਾ ਨਾਲ ਇਸ ਵੇਲੇ ਜਿੰਨੇ ਵੀ ਬੱਚੇ ਹੋਣਗੇ ਮੈਕਸਿਮਮ ਬੱਚੇ ਪੰਜਾਬੀ ਸਿੱਖਦੇ ਨੇ, ਉੱਥੇ ਸਹਿਜ ਪਾਠ ਵੀ ਕਰਦੇ ਹੋਣਗੇ ਮੈਕਸਿਮਮ ਜਿੰਨੇ ਸਾਡੇ ਅਖਾੜੇ ਦੇ ਬੱਚੇ ਹਨ ਮਹਾਰਾਜ ਦੀ ਕਿਰਪਾ ਕਈ ਨਾਲ। ਬੱਚੇ ਮਤਲਬ ਆਂਦੇ ਡਰਦੇ ਵੀ ਹੋਣਗੇ ਨਾ, ਹਾਂ ਕਿ ਜਾਾਂਗੇ ਲੱਗ ਜਾਏਗੀ, ਜਾਂ ਤੇ ਫਿਰ ਅਗਰ ਬਿਲਕੁਲ। ਸਿੱਖਾਂਗੇ ਤੇ ਕਈ ਵਾਰ ਡਾਂਟ ਪਏਗੀ, ਤੇ ਉਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਬਿਲਕੁਲ, ਉਹ ਤੇ ਮਤਲਬ ਸਾਡਾ ਇੱਕ ਹੁਣ ਮੇਰਾ ਥੋੜ੍ਹਾ ਜਿਹਾ ਮੇਰੇ ਤੋਂ ਬੱਚੇ ਥੋੜ੍ਹੇ ਬਹੁਤ ਡਰਦੇ ਵੀ ਸੀ ਔਰ ਥੋੜ੍ਹੇ ਬਹੁਤ ਨਹੀਂ ਵੀ, ਤੇ ਸਾਡੇ ਅਖਾੜੇ ਵੀ ਸਾਰੇ ਹਰ ਇੱਕ ਤਰ੍ਹਾਂ ਦੇ ਵੀਰ ਹੁੰਦੇ, ਜਿਵੇਂ ਸਿਮਰਨ ਵੀਰ ਉਹਨੂੰ ਥੋੜ੍ਹੇ ਮੋਜੂ ਵਾਲੇ ਨੇ, ਤੇ ਉਹ ਬੱਚਿਆਂ ਨੂੰ ਥੋੜ੍ਹਾ ਜਿਹੜਾ ਬੱਚਾ ਉਸ ਟਾਈਪ ਦਾ ਆਇਆ ਉਹਨੂੰ ਉਸ ਤਰ੍ਹਾਂ ਸਿਖਾਉਂਦੇ ਸੀ, ਜਿਹੜਾ ਥੋੜ੍ਹਾ ਜਿਹਦੇ ਉੱਪਰ ਜ਼ਿਆਦਾ ਜ਼ੋਰ ਪਾਉਣਾ ਪੈਂਦਾ ਸੀ ਉਹਨੂੰ ਸੰਨੀ ਵੀਰ ਹੋ ਗਏ ਜਾਂ ਮੈਂ ਹੋ ਗਿਆ ਜਾਂ ਅਸੀਂ ਉਸ ਹਿਸਾਬ ਨਾਲ ਟੈਕਲ ਕਰ ਲੈਂਦੇ ਸੀ। ਮਗਰ ਬੱਚੇ ਸਾਰੇ ਇੰਟਰਸਟ ਨਾਲ ਲਾਉਂਦੇ ਸੀ, ਈਵਨ ਉਹ ਕਹਿੰਦੇ ਸੀ ਕਿ ਕੰਟੀਨਿਊਸ ਕਲਾਸਿਸ ਲਗਾਓ, ਅਸੀਂ ਸੈਟਰਡੇ ਸੰਡੇ ਲਗਾਉਂਦੇ ਸੀ। ਤੇ ਸਾਰੇ ਸ਼ਸਤਰ ਸਿਖਾਏ ਜਾਂਦੇ ਨੇ? ਸਾਰੇ ਸ਼ਸਤਰ ਸਿਖਾਏ ਜਾਂਦੇ ਨੇ, ਸਟਾਰਟ ਤੋਂ ਲੈ ਕੇ ਪੈਂਤਰੇ ਤੋਂ ਲੈ ਕੇ ਐਂਡ ਤੱਕ ਸਾਰੇ ਸ਼ਸਤਰ ਸਿਖਾਏ ਜਾਂਦੇ ਨੇ। ਅੱਛਾ, ਬਹੁਤ ਵਧੀਆ। ਤੇ ਜਿਹੜੇ ਨਗਰ ਕੀਰਤਨ ਵਿੱਚ ਬੱਚੇ ਤਿਆਰ ਹੁੰਦੇ ਨੇ, ਤੇ ਉਹ ਕਿਸ ਤਰ੍ਹਾਂ ਆਪੇ ਘਰ ਹੀ ਹੁੰਦੇ ਨੇ ਕਿ ਮਤਲਬ ਕਰਦੇ ਹੋ? ਕਿਉਂਕਿ ਬੱਚਿਆਂ ਨੂੰ ਤੇ ਸਾਰਿਆਂ ਨੂੰ, ਨਹੀਂ ਆਉਂਦਾ। ਜਾਂ ਕੁੜੀਆਂ ਅਸੀਂ ਦੇਖ ਲਈਏ ਤੇ ਉਹਨਾਂ ਨੂੰ ਦਸਤਾਰਾਂ ਸਜਾਣੀ ਤੇ ਨਹੀਂ ਆਉਂਦੀਆਂ ਹੋਣਗੀਆਂ। ਬਿਲਕੁਲ ਬਿਲਕੁਲ, ਤੇ ਤੇ ਉਹ- ਅਸੀਂ ਉਹਨਾਂ ਨੂੰ ਬੁਲਾ ਲੈਂਦੇ ਸੀ ਗੁਰਦੁਆਰਾ ਸਾਹਿਬ ਸਵੇਰੇ ਪਹਿਲੇ 6-7 ਵਜੇ, ਤੇ ਫਿਰ ਉਧਰ ਬੱਚਿਆਂ ਨੂੰ ਤਿਆਰ ਕਰਦੇ ਸਾਂ, ਅਸੀਂ ਦੁਮਾਲਾ ਸਜਾਉਂਦੇ ਸਾਂ, ਸਿਖਾਉਂਦੇ ਸਾਂ, ਤੇ ਫਿਰ ਸਾਰੇ ਵੀਰ ਤਿਆਰ ਕਰਕੇ ਫਿਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸੀ। ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਅੱਜ ਕੀ ਪਰੇਸ਼ਾਨੀ ਸਾਡੇ ਸਿੱਖ ਕੌਮ ਵਿੱਚ, ਤੁਹਾਨੂੰ ਕੀ ਲੱਗਦਾ ਕਿ ਕੀ ਪਰੇਸ਼ਾਨੀ ਆ ਰਹੀ ਹੈ? ਜਿਸ ਤਰ੍ਹਾਂ ਤੁਸੀਂ ਬੋਲੇ ਕਿ ਅਸੀਂ ਦੋਕੀ ਜੀ ਦੀ ਉਹ ਸੁਣੀ ਤੇ ਸਾਨੂੰ ਲੱਗਿਆ ਕਿ ਇਹ ਪ੍ਰੋਬਲਮਸ ਹੋ ਰਹੀਆਂ ਨੇ ਸਿੱਖਾਂ ਨਾਲ, ਤੇ ਅੱਜ ਦੇ ਟਾਈਮ ਵਿੱਚ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਚੀਜ਼ਾਂ ਹੋ ਰਹੀਆਂ ਨੇ? ਅੱਜ ਦੇ ਟਾਈਮ ਵਿੱਚ ਨਾ ਯੂਥ ਸਾਰਾ ਸੋਸ਼ਲ ਮੀਡੀਆ ਤੇ ਬੈਠੇ ਹੋਏ ਹੈ, ਤੇ ਗੁਰੂ ਘਰ ਆਉਂਦੇ ਨਹੀਂ ਨੇ, ਔਰ ਗੁਰੂ ਘਰਾਂ ਦੇ ਵਿੱਚ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਜੋ ਉੱਥੇ ਦੇ ਪ੍ਰਧਾਨ ਨੇ ਜਾਂ ਜੋ ਉੱਥੇ ਦੇ ਗ੍ਰੰਥੀ ਸਿੰਘ ਨੇ ਐਸੇ ਉਪਰਾਲੇ ਕੀਤੇ ਜਾਣ। ਗੁਰੂ ਘਰਾਂ ਵਿੱਚ ਦੇਖੋ ਸਾਡਾ ਗੁਰੂ ਸਾਹਿਬ ਦੇ ਜਿਹੜਾ ਹਰ ਗੁਰਦੁਆਰਾ ਸਾਹਿਬ ਹੈ ਨਾ ਉਹ ਇੱਕ ਸਿੱਖਿਆ ਦਾ ਕੇਂਦਰ ਹੈ, ਮਹਾਰਾਜ ਤੋਂ ਸਿੱਖਿਆ ਲੈਣੀ ਹੈ। ਹਰ ਗੁਰਦੁਆਰਾ ਸਾਹਿਬ ਮੇਰੀ ਆਈਡੀਓਲੋਜੀ ਦੇ ਨਾਲ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਕਿਸੇ ਨਾ ਕਿਸੇ ਬਹਾਨੇ ਬੱਚਾ ਆਏ ਉੱਥੇ ਪੜ੍ਹੇ, ਬਾਹਰ ਲਾਇਬ੍ਰੇਰੀ ਤੇ ਜਾ ਕੇ ਬੱਚੇ ਪੜ੍ਹਦੇ ਨੇ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਉਹਨਾਂ ਨੇ ਪਹਿਲੇ ਬੋਲਦੇ ਮੱਲ ਅਖਾੜੇ ਹੋਣਗੇ, ਗੱਤਕੇ ਹੋਣਗੇ, ਨਿਸ਼ਾਨ ਸਾਹਿਬ ਦਿੱਤਾ ਕਿ ਨਿਸ਼ਾਨ ਸਾਹਿਬ ਦਾ ਮਤਲਬ ਕੋਈ ਵੀ ਭੁੱਖੇ ਨੂੰ ਇੱਥੇ ਰੋਟੀ ਮਿਲੇਗੀ, ਦੂਰੋਂ ਨਿਸ਼ਾਨ ਸਾਹਿਬ ਮਿਲੇਗਾ ਤੇ ਰਹਿਣ ਵਾਸਤੇ ਜਗ੍ਹਾ ਮਿਲੇਗੀ। ਹੁਣ ਸਾਡੇ ਉਹ ਕੇਂਦਰ ਸਿੱਖਿਆ ਦੇ ਕੇਂਦਰ ਘੱਟ ਰਹਿ ਗਏ ਨੇ, ਸੌਰੀ ਟੂ ਸੇ। ਜਿਹੜੀਆਂ ਪਰੇਸ਼ਾਨੀਆਂ ਉਹ ਪਹਿਲੇ ਸਾਡੇ ਤੋਂ ਸ਼ੁਰੂ ਹੋਣ, ਕਿ ਅਸੀਂ ਸ਼ੁਰੂ ਕਰ ਰਹੇ ਹਾਂ, ਮਤਲਬ ਇਹ ਚੀਜ਼ ਕਹਿਣਾ ਚਾਹ ਰਹੇ ਹੋ ਕਿ ਹਾਂਜੀ। ਜਿਹੜੀ ਪਰੇਸ਼ਾਨੀ ਹੈ ਕਿ ਪਹਿਲੇ ਅਸੀਂ ਸ਼ੁਰੂ ਕਰ ਰਹੇ ਹਾਂ ਨਾ ਉਹਨਾਂ ਨੂੰ, ਬਿਲਕੁਲ ਬਿਲਕੁਲ, ਫਿਰ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਦੂਸਰੀ ਤਰਫੋਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ। ਬਿਲਕੁਲ। ਸਭ ਤੋਂ ਪਹਿਲੇ ਦੇਖੋ ਹਰ ਇੱਕ ਬੱਚੇ ਦਾ ਫਰਜ਼ ਹੈ, ਹੁਣ ਦੇਖੋ ਪੇਰੈਂਟਸ ਉੱਪਰ ਬਹੁਤ ਡਿਪੈਂਡ ਕਰਦਾ। ਪੇਰੈਂਟਸ ਆਪਣੇ ਬੱਚੇ ਨੂੰ, ਅਗਰ ਹਰ ਇੱਕ ਪੇਰੈਂਟ ਆਪਣੇ ਬੱਚੇ ਨੂੰ ਇੱਕ ਬੇਸਿਕ ਦੱਸਦੇ ਆ ਨਾ ਕਿ ਤੁਸੀਂ ਬੇਸਿਕ ਕੀ ਹੁੰਦਾ ਸਿੱਖ ਧਰਮ ਦਾ, ਕੇਸ ਕਤਲ ਨਹੀਂ ਕਰਨੇ, ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ, ਭਾਵੇਂ ਸ਼ਰਾਬ ਵੀ, ਇਹ ਨਹੀਂ ਕਿ ਓਕੇਜਨਲੀ ਪੀ ਲੈਂਦੇ ਹਾਂ ਜੀ ਅਸੀਂ ਪੀਂਦੇ ਨਹੀਂ ਆ। ਹਾਂ। ਇਹ ਬੇਸਿਕ ਚੀਜ਼ਾਂ ਸਾਡੀ ਵਰਡਿੰਗਸ ਹੁੰਦੀਆਂ ਨੇ, ਮੈਂ ਸਿੱਖ ਵੀਰਾਂ ਦੀ ਸੁਣਿਆ ਅਸੀਂ ਪੀ ਲੈਂਦੇ ਨਹੀਂ, ਅਸੀਂ ਨਹੀਂ ਪੀਂਦੇ, ਬਸ ਓਕੇਜਨਲੀ ਪੀ ਲੈਂਦੇ ਆ। ਉਹ ਮੂੰਹ ਨੂੰ ਲੱਗ ਗਈ ਤੇ ਲੱਗ ਗਈ ਸਗੋਂ, ਠੀਕ ਹੈ, ਉਹ ਹੋ ਗਿਆ ਨਸ਼ਾ ਹੀ ਹੋ ਗਿਆ ਉਹ। ਤੇ ਬੇਸਿਕਸ ਪਤਾ ਹੋਣਾ, ਅੰਮ੍ਰਿਤ ਛਕਣਾ ਤੇ ਚਲੋ ਬਾਅਦ ਦੀ ਗੱਲ ਹੈ, ਤੁਸੀਂ ਬੇਸਿਕ ਕਰੋ ਕਿ ਬਈ ਸ਼ੁਰੂਆਤ ਕਿਤੋਂ ਸ਼ੁਰੂਆਤ ਕਿੱਥੋਂ ਆ। ਕੇਸ ਕਤਲ ਨਹੀਂ ਕਰਨੇ, ਭਾਈ ਤਾਰੂ ਜੀ ਸਿੰਘ ਜੀ ਦੇ ਬਾਰੇ ਦੱਸੋ, ਕੋਈ ਨਸ਼ਾ ਨਹੀਂ ਕਰਨਾ ਕਿਸੇ ਵੀ ਤਰੀਕੇ ਦਾ। ਇਹ ਬੇਸਿਕਸ ਅਗਰ ਪੇਰੈਂਟਸ ਆਪਣੇ ਬੱਚੇ ਨੂੰ ਪਾਉਣਾ ਸ਼ੁਰੂ ਕਰਨ ਤੇ ਬਾਅਦ ਵਿੱਚ ਇਹ ਬੀਜ ਬੋਣਾ ਹੋਇਆ ਪਹਿਲੇ, ਤੇ ਫਿਰ ਆਹਿਸਤਾ ਆਹਿਸਤਾ ਪ੍ਰੇਮ ਮਹਾਰਾਜ ਦੇ ਨਾਲ ਜੁੜਦਾ ਹੈ, ਆਹਿਸਤਾ ਆਹਿਸਤਾ ਬੇਸਿਕਸ ਬੰਦੇ ਨੂੰ ਪਹਿਲੇ ਬੇਸਿਕਸ ਹੀ ਨਹੀਂ ਕਰਵਾਉਂਦੇ, ਪੇਰੈਂਟਸ ਨੂੰ ਲੈਂਦੇ ਨਹੀਂ ਹੁੰਦਾ ਬੱਚੇ ਕਈ ਇੱਥੋਂ। ਹੁਣ ਮੈਂ ਕਈ ਬੱਚੇ ਦੇਖੇ ਨੇ, ਕਈ ਮੇਰੇ ਹੁੰਦੇ ਨੇ, ਮਤਲਬ ਸਾਡੀ ਦਾੜਾ ਨਾ, ਮਤਲਬ ਹੁਣ ਦਾੜਾ ਜਿੱਥੋਂ ਮਹਾਰਾਜ ਨੇ ਸਾਨੂੰ ਕੁਦਰਤੀ ਬਖਸ਼ਿਆ ਉਸ ਤਰ੍ਹਾਂ ਹੀ ਆਉਣਾ। ਹੁਣ ਕਈ ਬੱਚੇ ਇੱਥੋਂ ਲਾਈਨ ਬਣਾਉਂਦੇ ਨੇ ਪੂਰੀ ਇੱਥੋਂ ਕਿ ਸਾਨੂੰ ਸੋਨਾ ਦਿਖਾਂਗੇ ਅਸੀਂ, ਹੈ ਨਾ, ਮਤਲਬ ਮੈਨੂੰ ਦੇਖ ਕੇ ਬੜਾ ਦੁੱਖ ਹੁੰਦਾ ਕਿ ਯਾਰ ਮਹਾਰਾਜ ਨੇ ਇਸ ਤਰ੍ਹਾਂ ਤੁਹਾਨੂੰ ਬਖਸ਼ਿਆ, ਮਹਾਰਾਜ ਦਾ ਸਰੂਪ ਹੈ, ਮਹਾਰਾਜ ਦਾ ਸਰੂਪ ਹੈ। ਤੁਸੀਂ ਕਹਿੰਦੇ ਹੋ ਨਹੀਂ ਮਹਾਰਾਜ ਤੁਸੀਂ ਇੱਥੋਂ ਜ਼ਿਆਦਾ ਦੇ ਦਿੱਤੀ, ਮੈਂ ਇੱਥੋਂ ਪੂਰਾ ਲਾਈਨ ਮਾਰ ਕੇ ਤੇ ਮੈਨੂੰ ਬਰਾਬਰ ਕਰਾਂ। ਇਹ ਬਹੁਤ ਦੁੱਖ ਹੁੰਦਾ ਦੇਖ ਕੇ ਵੀ ਤੁਸੀਂ ਮਹਾਰਾਜ ਦੇ ਸਰੂਪ ਨੂੰ ਕਿਸ ਤਰ੍ਹਾਂ ਵਿਗਾੜ ਰਹੇ ਹੋ। ਬੀ ਨੈਚੁਰਲ, ਬੀ ਏ ਸਿੱਖ। ਕਿ ਸ਼ਾਇਦ ਸਾਡੇ ਵਿੱਚ ਕਮੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਿਛੋਕੜ ਬਾਰੇ ਨਹੀਂ ਦੱਸਦੇ, ਆਪਣੇ ਗੁਰੂਆਂ ਦੀ ਕੁਰਬਾਨੀਆਂ ਬਾਰੇ, ਜਾਂ ਜਿਹੜੇ ਸ਼ਹੀਦ ਹੋਏ ਸਿੱਖ ਕੌਮ ਵਿੱਚ ਅਸੀਂ ਉਹਨਾਂ ਬਾਰੇ ਨਹੀਂ ਦੱਸ ਪਾਉਂਦੇ ਆ ਕਿ ਇਹ ਚੀਜ਼ ਸਾਨੂੰ ਉਹ ਚੀਜ਼ ਖਾਈ ਜਾ ਰਹੀ ਹੈ ਨਾ, ਕਿ ਉਹ ਅਗਰ ਬੱਚੇ ਹੀ ਅੱਜ ਨਹੀਂ ਅੱਗੇ ਵਧਣਗੇ ਜਾਂ ਬੱਚੇ ਆਪਣੀ ਸਿੱਖ ਕੌਮ ਨੂੰ ਜਾਂ ਸਿੱਖੀ ਨੂੰ ਨਹੀਂ ਧਾਰਨ ਕਰਨਗੇ, ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਨੁਕਸਾਨ ਬਹੁਤ ਵੱਡਾ ਹੋਏਗਾ ਸਾਡੇ ਵਾਸਤੇ। ਨੁਕਸਾਨ ਹੋਏਗਾ, ਨੁਕਸਾਨ ਹੋ ਵੀ ਰਿਹਾ। ਤੁਸੀਂ ਅੱਜ ਦੇਖੋ 84 ਦਾ ਤੁਸੀਂ ਲੈ ਲਓ, ਪਿੱਛੇ ਜੂਨ ਦੇ ਵਿੱਚ 84 ਦਾ ਪੂਰਾ ਵੀਕ ਚੱਲਿਆ, ਤੇ 84 ਦੇ ਟਾਈਮ ਵਿੱਚ ਦੇਖੋ ਸਾਡਾ ਕਿੰਨਾ ਨੁਕਸਾਨ ਹੋਇਆ। ਦਿੱਲੀ ਵਿੱਚ ਗਹਿਣੇ ਇੰਨੇ ਸਨ, ਉਹਨਾਂ ਕੋਲ ਸ਼ਸਤਰ ਕੋਈ ਨਿਕਲਿਆ ਨਹੀਂ ਅੰਦਰੋਂ। ਅਗਰ ਸ਼ਸਤਰ ਹੁੰਦੇ ਆਪਣਾ ਪਰਿਵਾਰ ਤੇ ਡਿਪੈਂਡ ਕਰ ਸਕਦੇ ਸੀ,
ਹੈ ਨਾ। ਤੇ ਇਸ ਕਰਕੇ ਬੜੀ ਸੋਚਣ ਦੀ ਲੋੜ ਹੈ ਕਿ ਅੰਮ੍ਰਿਤਧਾਰੀ ਹੋਈਏ, ਸ਼ਸਤਰਧਾਰੀ ਹੋਈਏ, ਐਜੂਕੇਸ਼ਨ ਵਾਲੇ ਪਾਸੇ ਅੱਗੇ ਜਾਈਏ। ਔਰ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ। ਪੇਰੈਂਟਸ ਕਈ ਵਾਰੀ ਸੋਚਦੇ ਨੇ ਨਹੀਂ ਜੀ ਬੱਚਾ ਬਸ ਦਸਤਾਰ ਬੰਨੀ ਆ ਜਾਏ, ਬਸ ਪਗੜੀ ਸਿਰ ਉੱਪਰ ਆ ਜਾਏ, ਤੇ ਇਹ ਬੇਸਿਕਸ ਨੇ। ਬੇਸਿਕਸ ਹੋਰ ਸਿੱਖੀ ਦੇ ਬੇਸਿਕ ਹੀ ਤੁਸੀਂ ਤਿਆਰ ਕਰਵਾ ਦਿਓ ਬੱਚੇ ਨੂੰ, ਤੇ ਅੱਗੇ ਤੁਹਾਨੂੰ ਜ਼ਿਆਦਾ ਸਿਰ ਖਪਾਈ ਕਰਨ ਦੀ ਲੋੜ ਨਹੀਂ ਪਏਗੀ। ਔਰ ਸਭ ਤੋਂ ਪਹਿਲੇ ਇਨਸਾਨ ਆਪੇ ਸ਼ੁਰੂ ਕਰੇ, ਕਿਉਂਕਿ ਪੇਰੈਂਟਸ ਨੂੰ ਹੀ ਬੱਚਾ ਫੋਲੋ ਕਰਦਾ। ਅਗਰ ਪੇਰੈਂਟਸ ਉਹ ਬੇਸਿਕ ਚੀਜ਼ਾਂ ਪੂਰੀ ਰੱਖਾਂਗੇ ਤੇ ਬੱਚਾ ਉਹਨੂੰ ਦੇਖ ਕੇ ਫੋਲੋ ਕਰੇਗਾ। ਮਤਲਬ ਅਸੀਂ ਦੇਖ ਸਕਦੇ ਹਾਂ ਨਾ ਕਈ ਵਾਰ ਵਿਆਹ ਸ਼ਾਦੀਆਂ ਵਗੈਰਾ, ਮਤਲਬ ਗੁਰੂ ਘਰ ਜਿਹੜੇ ਹੁੰਦੇ ਨੇ, ਪ੍ਰੋਗਰਾਮ ਹੁੰਦੇ ਨੇ, ਕਈ ਕਿਸੇ ਦੇ ਰਿਸ਼ਤਾ ਹੋ ਰਿਹਾ, ਤੇ ਅਸੀਂ ਦੇਖਦੇ ਹਾਂ ਕਿ ਨਹੀਂ ਅਰਦਾਸ ਤੱਕ ਲੋਕ ਖੜੇ ਨਹੀਂ ਹੋ ਰਹੇ ਨੇ, ਜਾਂ ਵਾਕ ਸੁਣਨ ਵਾਸਤੇ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ, ਜਾਂ ਕਈ ਵਾਰ ਭਾਈ ਜੀ ਸਟੇਜਾਂ ਤੋਂ ਅਨਾਉਂਸਮੈਂਟ ਕਰਦੇ ਨੇ, ਤੇ ਉਸ ਵਕਤ ਬੜਾ ਦੁੱਖ ਲੱਗਦਾ ਹੈ ਕਿ ਨਹੀਂ ਬਾਬਾ ਜੀ ਨੇ ਇੰਨਾ ਬੱਚਿਆਂ ਵਾਸਤੇ ਆਪਣੇ ਸ਼ੀਸ਼ ਕੁਰਬਾਨ ਕੀਤੇ ਸਨ, ਤੇ ਕਿ ਉਹ ਵੀ ਕਮੀ ਨਾ ਸਾਡੇ ਵੀ ਅੰਦਰ ਹੈ। ਬਿਲਕੁਲ, ਕਿ ਅਗਰ ਅਸੀਂ ਸ਼ਾਇਦ ਦਸੀਏ, ਜਾਂ ਅਸੀਂ ਆਪਣੇ ਬੱਚਿਆਂ ਨੂੰ, ਜਾਂ ਸਾਡੇ ਵਡੇਰੇ ਸਾਨੂੰ ਦੱਸਣਗੇ ਕਿ ਹਾਂ ਬੱਚੇ ਇਹ ਸਾਡੇ ਗੁਰੂ ਮਹਾਰਾਜ ਜੀ ਹਨ, ਸਾਡੇ ਪਿਤਾ ਜੀ ਹਨ, ਤੇ ਇਹਨਾਂ ਦਾ ਸਤਿਕਾਰ ਸਾਡੇ ਵਾਸਤੇ ਸਭ ਕੁਝ ਹੈ, ਤੇ ਉਹ ਮੈਟਰ ਕਰੇਗਾ ਸਾਨੂੰ। ਬਿਲਕੁਲ ਮੈਟਰ ਕਰੇਗਾ। ਹੁਣ ਦੇਖੋ ਅਸੀਂ ਗੁਰੂ ਸਾਹਿਬ ਜਦੋਂ ਮੰਨਣਾ ਸ਼ੁਰੂ ਕਰ ਦਿੱਤਾ ਨਾ, ਤੇ ਉਦੋਂ ਸਾਰੀ ਚੀਜ਼ਾਂ ਸੋਲਵ ਹੋ ਜਾਣਗੀਆਂ। ਅਸੀਂ ਗੁਰੂ ਸਾਹਿਬ ਮੰਨਦੇ ਹੀ ਨਹੀਂ ਆ, ਸਿਰਫ ਨਾਮ ਤੋਂ ਸਿਰਫ ਮੱਥਾ ਟੇਕ ਕੇ ਅਸੀਂ ਬੈਠ ਜਾਂਦੇ ਹਾਂ। ਮਹਾਰਾਜ ਦੇ ਜਿਸ ਵੇਲੇ ਹੁਕਮਨਾਮਾ ਦਾ ਉਹ ਫੁਰਮਾਨ ਹੈ ਉਹਨਾਂ ਦਾ, ਉਹ ਐਟਲੀਸਟ ਬਿਲਕੁਲ ਇਕਾਂਤ ਹੋ ਕੇ ਸੁਣਨਾ ਪੈਂਦਾ ਹੈ। ਬਾਅਦ ਤੁਸੀਂ ਭਾਈ ਸਾਹਿਬ ਨੂੰ ਕੋਈ, ਮੈਨੂੰ ਨਹੀਂ ਲੱਗਦਾ ਸੰਗਤ ਵਿੱਚ ਵੀ ਕੋਈ ਬੱਚਾ ਕੋਈ ਜਾ ਕੇ ਪੁੱਛਦਾ ਹੋਣਾ, ਜਾਂ ਬੰਦਾ ਕੋਈ ਪੁੱਛਦਾ ਹੋਣਾ, ਤਾਂ ਅੱਜ ਦਾ ਫਰਮਾਨ ਜੋ ਆਇਆ ਉਸ ਦਾ ਤੁਸੀਂ ਮਤਲਬ ਕਰਾ ਦਿਓ। ਹਰ ਗੁਰੂ ਘਰ ਵਿੱਚ ਫਰਮਾਨ ਤੋਂ ਬਾਅਦ ਉਸ ਦਾ ਅਰਥ ਵੀ ਕੀਤੇ ਜਾਣ। ਔਰ ਗ੍ਰੰਥੀ ਸਿੰਘਾਂ ਦੀ ਔਰ ਜੋ ਉੱਥੇ ਸੇਵਾਦਾਰ ਹੁੰਦੇ ਨੇ ਉਹਨਾਂ ਨੂੰ ਸਟ੍ਰਿਕਟਲੀ ਬੋਲ ਦੇਣਾ ਚਾਹੀਦਾ ਕਿ ਵੀ ਅਗਰ ਕੋਈ ਵੀ ਐਸਾ ਬੰਦਾ ਸੰਗਤ ਵਿੱਚ ਬੈਠ ਕੇ ਜਾਂ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰ ਰਿਹਾ ਜੋ ਮਹਾਰਾਜ ਦਾ ਨਿਰਾਦਰ ਹੈ, ਫਿਰ ਬਾਅਦ ਹੀ ਅਸੀਂ ਚਿੰਗਦੇ ਹਾਂ ਇੱਧਰ ਬੇਅਦਬੀ ਹੋ ਰਹੀ ਹੈ, ਉੱਧਰ ਬੇਅਦਬੀ ਹੋ ਰਹੀ ਹੈ। ਇਹ ਵੀ ਪਾਰਟ ਆਫ ਬੇਅਦਬੀ ਹੈ। ਅਗਰ ਅਸੀਂ ਇਹ ਚੀਜ਼ਾਂ ਨਹੀਂ ਬੇਸਿਕਸ ਫੋਲੋ ਕਰ ਰਹੇ, ਮਹਾਰਾਜ ਆਪਣਾ ਫਰਮਾਨ ਦੇ ਰਹੇ ਨੇ, ਤੁਸੀਂ ਆਪਣੇ ਫੋਨ 'ਤੇ ਗੱਲਾਂ ਕਰ ਰਹੇ ਹੋ, ਤੁਸੀਂ ਉੱਠ ਕੇ ਅੱਗੇ ਪਿੱਛੇ ਚੱਲ ਰਹੇ ਹੋ। ਔਰ ਵਿਆਹ ਸ਼ਾਦੀਆਂ ਵਿੱਚ ਜਿਸ ਤਰ੍ਹਾਂ ਤੁਸੀਂ ਬੋਲਿਆ, ਜਿਸ ਤਰ੍ਹਾਂ ਗੁਰੂ ਘਰਾਂ ਵਿੱਚ ਅਰਦਾਸ ਹੁੰਦੀ ਹੈ, ਉਹ ਤਾਂ ਸਿਰਫ ਫਾਰਮੈਲਿਟੀ ਹੁੰਦੀ ਹੈ। ਫਾਰਮੈਲਿਟੀ ਕਰਕੇ ਅਰਦਾਸ ਕਰਕੇ ਨਾਲ ਹੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਫੋਟੋਆਂ ਖਿਚਾਉਣਾ ਸ਼ੁਰੂ, ਸ਼ੋਰ ਪਾਉਣਾ ਸ਼ੁਰੂ, ਇੱਕ ਉੱਥੇ ਵੀ ਡਿਸਿਪਲਿਨ ਦੀ ਲੋੜ ਪੈਂਦੀ ਹੈ। ਤੇ ਇਹ ਚੀਜ਼ਾਂ ਬੇਸਿਕਸ ਨੇ। ਮਤਲਬ ਮਹਾਰਾਜ ਨੂੰ ਜਦੋਂ ਤੱਕ ਸਾਨੂੰ ਸਮਝਣਾ ਪਏਗਾ ਕਿ ਸਾਡੇ ਨਾਲ ਜਿਹੜੇ ਸਾਹਮਣੇ ਸਾਡਾ ਪਿਓ ਬੈਠਾ ਹੈ, ਬਿਲਕੁਲ ਦੇਖਣ ਵਾਸਤੇ ਬੈਠੇ ਹੋਏ ਨੇ। ਫੋਰ ਐਗਜ਼ਾਮਪਲ ਲੈ ਲਈ ਨਾ, ਸਕੂਲ ਵਿੱਚ ਜਿੱਦਾਂ ਬੱਚੇ ਹੁੰਦੇ ਨੇ, ਹੈ ਨਾ, ਜਦੋਂ ਪ੍ਰਿੰਸੀਪਲ ਕਲਾਸ ਵਿੱਚ ਆਉਂਦਾ ਹੈ, ਨਾਰਮਲ ਟੀਚਰ ਪੜ੍ਹਾ ਰਹੀ ਹੈ, ਬੱਚੇ ਡਿਸਿਪਲਿਨ ਵਿੱਚ, ਜਦੋਂ ਪ੍ਰਿੰਸੀਪਲ ਕਲਾਸ ਵਿੱਚ ਜਾਂਦਾ ਬੱਚੇ ਸਾਰੇ ਤਨੋ ਜਾਂਦੇ ਨੇ, ਤੇ ਇਹ ਦੇ ਪ੍ਰਿੰਸੀਪਲ ਤੋਂ ਵੀ ਵੱਡੇ ਨੇ, ਹੈ ਨਾ। ਇਹ ਤੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਤੇ ਸਾਡੇ ਉਹ ਚੀਜ਼ ਜਦੋਂ ਦਿਮਾਗ ਵਿੱਚ ਆ ਗਈ ਨਾ ਆਟੋਮੈਟਿਕਲੀ ਸਤਿਕਾਰ ਵੱਧ ਜਾਏਗਾ। ਮਗਰ ਉਹ ਚੀਜ਼ ਪਾਏਗਾ ਕੌਣ ਬੱਚੇ 'ਚ? ਪੇਰੈਂਟਸ ਪਾਵਾਂਗੇ। ਜਦੋਂ ਪੇਰੈਂਟਸ ਆਪੇ ਨਹੀਂ ਸਤਿਕਾਰ ਕਰਾਂਗੇ, ਬੱਚੇ ਨਹੀਂ ਕਰਾਂਗੇ। ਅਗਰ ਪੇਰੈਂਟਸ ਆਪੇ ਬੱਚੇ ਦੇ ਸਾਹਮਣੇ ਬੈਠ ਕੇ ਫੋਨ ਸੁਣ ਰਹੇ ਨੇ, ਮਹਾਰਾਜ ਦੀ ਹਜ਼ੂਰੀ ਵਿੱਚ ਅੱਗੇ ਹੁਕਮਨਾਮਾ ਚੱਲ ਰਿਹਾ, ਤੇ ਬੱਚੇ ਵੀ ਉਹ ਚੀਜ਼ ਫੋਲੋ ਕਰਾਂਗੇ। ਜਦੋਂ ਪੇਰੈਂਟਸ ਨੇ ਸਮਝਾਇਆ ਹੋਇਆ ਕਿ ਨਹੀਂ ਤੁਸੀਂ ਇਹ ਚੀਜ਼ ਨਹੀਂ ਕਰਨੀ, ਮਹਾਰਾਜ ਦੀ ਹਜ਼ੂਰੀ ਵਿੱਚ ਉਦੋਂ ਚੁੱਪ ਕਰਕੇ ਇਕਾਂਤ ਹੋ ਕੇ ਪੜ੍ਹਨਾ। ਹੁਣ ਹਰ ਗੁਰਦੁਆਰਾ ਸਾਹਿਬ ਬੋਰਡ ਲਗਾਉਣੇ ਪੈਂਦੇ ਨੇ, ਫੋਨ ਸਾਇਲੈਂਟ 'ਤੇ ਰੱਖੋ, ਫੋਨ ਬੰਦ ਕਰੋ, ਫੋਨ ਨਹੀਂ ਕਈ ਚੀਜ਼ਾਂ ਇਹ ਵੀ ਅਸੀਂ ਨੋਟ ਕਰਦੇ ਹਾਂ ਕਿ ਅਸੀਂ ਜਿਸ ਤਰ੍ਹਾਂ ਹੁਣ ਦਸੰਬਰ ਦਾ ਮਹੀਨਾ ਜਦੋਂ ਆਉਂਦਾ ਹੈ, ਤੇ ਅਸੀਂ ਜਰਾਮਾ ਪਾ ਕੇ ਵੀ ਗੁਰਦੁਆਰਾ ਸਾਹਿਬ ਆ ਜਾਂਦੇ ਹਾਂ, ਤੇ ਅਸੀਂ ਅਗਰ ਉਸ ਚੀਜ਼ ਨੂੰ ਰੋਕਣਾ ਚਾਹੀਏ ਤੇ ਉਹ ਚੀਜ਼ ਰੁਕਦੀ ਨਹੀਂ ਹੈ। ਉਹ ਕਿ ਮਤਲਬ ਜਾਂ ਤਾਂ ਫਿਰ ਅਸੀਂ ਮੰਨਦੇ ਨਹੀਂ ਹਾਂ ਕਿ ਹਾਂ ਬਾਬਾ ਜੀ ਬੈਠੇ ਦੇ ਨੇ, ਕਿ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ। ਉਹ ਦੇਖੋ ਨਾ, ਸਤਿਕਾਰ ਦੀ ਗੱਲ ਹੈ ਸਾਰੀ। ਉਹਨਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ, ਉਹਨਾਂ ਨੂੰ ਠੰਡੇ ਬੁਰਜ ਦਾ ਨਹੀਂ ਯਾਦ। ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਕਿਸ ਤਰ੍ਹਾਂ ਰਹੇ ਸਨ ਠੰਡੇ ਬੁਰਜ ਵਿੱਚ, -ਡਿਗਰੀ ਟੈਂਪਰੇਚਰ, ਥੱਲੇ ਪੂੰਜਾ। ਅਸੀਂ ਸ਼ਹੀਦੀ ਦਿਹਾੜੇ ਮਨਾਵਾਂਗੇ, ਲੇਕਿਨ ਇਹ ਚੀਜ਼ ਫੀਲ ਨਹੀਂ ਕਰਾਂਗੇ। ਹਾਂ, ਦਿਲੋਂ ਨਹੀਂ ਮਨਾਵਾਂਗੇ। ਅਸੀਂ ਮੱਥਾ ਟੇਕਣ ਆਵਾਂਗੇ, ਲੇਕਿਨ ਦਿਲੋਂ ਮੱਥਾ ਨਹੀਂ ਟੇਕਾਂਗੇ। ਬਿਲਕੁਲ ਉਹੀ ਚੀਜ਼ ਆ। ਉਹਨੇ ਇੱਕ ਦਰਬਾਰ ਸਾਹਿਬ ਦਾ ਇੱਕ ਵਾਕਿਆ ਮੈਂ ਕਿੱਥੇ ਸੁਣਿਆ ਸੀ, ਜਦੋਂ ਇੰਗਲੈਂਡ ਦੀ ਰਾਣੀ ਆਈ ਸੀ ਨਾ ਦਰਬਾਰ ਸਾਹਿਬ, ਤੇ ਉਹ ਸੌਕਸ ਨਹੀਂ ਉਤਾਰਦੀ, ਉਹ ਪੂਰਾ ਬਾਹਰੋਂ ਚੱਲ ਕੇ ਆਈ, ਉਸਨੇ ਪੈਰ ਬਾਹਰਲੇ ਪਾਸੇ ਪੈਰ ਰਸਤੇ ਧੋਣ ਵਾਸਤੇ ਨਹੀਂ ਰੋਕਿਆ ਕਿਸੇ ਨੇ। ਜਦੋਂ ਅੰਦਰ ਐਂਟਰ ਕਰਨ ਲੱਗੀ ਨਾ ਡੇਢ ਦਰਬਾਰ ਤੋਂ ਅੰਦਰ, ਤੇ ਉੱਥੇ ਉਹਨੂੰ ਰੋਕ ਦਿੱਤਾ ਸੇਵਾਦਾਰਾਂ ਨੇ। ਇਹ ਉਦੋਂ ਦੀ ਗੱਲ ਹੈ ਕਿ ਤੁਸੀਂ ਬੀਬੀ ਜੀ ਸੌਕਸ ਉਤਾਰ ਕੇ ਅੰਦਰ ਜਾਣਾ ਹੈ। ਉਹ ਕਹਿੰਦੇ ਨਹੀਂ, ਉਤਾਰ ਹੀ ਨਹੀਂ ਸਕਦੇ। ਕਹਿੰਦੇ ਫਿਰ ਨਵੀਂ ਸੌਕਸ ਲਿਆਓ ਮਹਾਰਾਜ ਦੀ ਹਜ਼ੂਰੀ 'ਚ, ਉੱਥੇ ਮਤਲਬ ਬਾਹਰੋਂ ਹੀ ਪਾ ਕੇ ਤੇ ਫਿਰ ਤੁਸੀਂ ਸੌਕਸ ਪਾ ਕੇ ਅੰਦਰ ਜਾਓ। ਉਹਨਾਂ ਨੂੰ ਮਤਲਬ ਇਹ ਵੀ ਮੈਂ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ ਸੀ, ਮਗਰ ਚਲੋ ਇੰਨਾ ਤੇ ਉਹਨਾਂ ਨੇ ਲਾਜ ਰੱਖੀ ਕਿ ਵੀ ਉਹਨਾਂ ਨੂੰ ਉਸੇ ਵੇਲੇ ਨਵੀਂ ਸੌਕਸ ਲਿਆ ਕੇ ਖੋਲ ਕੇ ਉਹੀ ਪਾ ਕੇ ਅੰਦਰ ਗਏ। ਮਗਰ ਚਲੋ ਇੰਨਾ ਸਟੈਂਡ ਲੈਣਾ ਵੀ ਬਹੁਤ ਹੈ। ਤੇ ਦੇਖੋ ਦਰਬਾਰ ਸਾਹਿਬ ਜਾਓ, ਸੌਕਸ ਲੈ ਕੇ ਕੋਈ ਅੰਦਰ ਨਹੀਂ ਜਾ ਸਕਦਾ, ਤੇ ਉੱਥੇ ਵੀ ਗੁਰੂ ਸਾਹਿਬ ਹੁੰਦੇ, ਇੱਥੇ ਵੀ ਗੁਰੂ ਸਾਹਿਬ ਹੁੰਦੇ। ਸਾਨੂੰ ਇੰਨੀ ਅਕਲ ਹੋਣੀ ਚਾਹੀਦੀ ਹੈ, ਇੱਥੇ ਵੀ ਉਹੀ ਬਾਪੂ ਬੈਠਾ ਸਾਡਾ। ਹੁਣ ਅਸੀਂ ਦੇਖ ਸਕਦੇ ਹਾਂ ਦਰਬਾਰ ਸਾਹਿਬ ਵੀ ਕਿੰਨੇ ਟਿਕਟੋਕਸ 'ਤੇ ਵੀਡੀਓਜ਼ ਆ ਰਹੀਆਂ ਨੇ, ਹੈ ਨਾ। ਅਸੀਂ ਨਿਊਜ਼ 'ਤੇ ਦੇਖ ਰਹੇ ਹਾਂ ਜਾਂ ਫੇਸਬੁੱਕ 'ਤੇ ਅਸੀਂ ਇਹ ਚੀਜ਼ ਨੋਟਿਸ ਵੀ ਕਰ ਰਹੇ ਹਾਂ ਕਿ ਆ ਰਹੀ ਹੈ, ਲੇਕਿਨ ਇਹ ਚੀਜ਼ ਅਗਰ ਅਸੀਂ ਪਹਿਲੇ ਵਕਤ 'ਤੇ ਜਾਈਏ ਤਾਂ ਸਾਡੇ ਜਿਹੜੇ ਮਾਪੇ ਸਾਨੂੰ ਦੱਸਦੇ ਸਨ ਕਿ ਉੱਥੇ ਤਾਂ ਗਹਿਣੇ ਗੱਟੇ ਤੱਕ ਪਾ ਕੇ ਜਾਣਾ ਅਲੋ ਨਹੀਂ ਸੀ। ਸੇਵਾਦਾਰ ਜਿਹੜੇ ਹੁੰਦੇ ਸਨ ਉਹ ਸਰੋਵਰ ਵਿੱਚ ਉਹ ਚੀਜ਼ ਸੁੱਟ ਦਿੱਤੇ, ਅਤੇ ਅੱਜ ਉਹ ਚੀਜ਼ ਮਤਲਬ ਕਿਉਂ ਵਾਪਰ ਰਹੀ ਹੈ, ਕਿਉਂ ਉਹ ਚੀਜ਼ ਅਸੀਂ ਨਹੀਂ ਰੋਕ ਪਾ ਰਹੇ ਹਾਂ ਉਸ ਚੀਜ਼ ਨੂੰ। ਉਹ ਇੱਕ ਮਤਲਬ ਪਬਲਿਕ ਪਲੇਸ ਦਾ ਖੇਡਣ ਕੁੱਦਣ ਵਾਸਤੇ ਬਣ ਗਏ ਦਾ, ਸਤਿਕਾਰ ਉਹ ਚੀਜ਼ ਰਹੀ ਨਹੀਂ ਹੈ। ਉਹ ਅੱਜ ਇਸ ਮਤਲਬ ਐਸਾ ਕਿਉਂ, ਤੁਹਾਨੂੰ ਕਿਉਂ ਲੱਗਦਾ ਐਸਾ ਹੈ? ਸਭ ਤੋਂ ਪਹਿਲੇ ਤਾਂ ਮੈਂ ਕਿਹਾ ਪੇਰੈਂਟਸ ਆਪਣੇ ਪੁਰਾਣੇ ਬੱਚਿਆਂ ਨੂੰ, ਜੋ ਹੁਣ ਤੁਸੀਂ ਜੋ ਗੱਲ ਸੁਣਾਈ ਹੈ ਨਾ, ਉਹ ਤੁਹਾਡੇ ਪੱਕਾ ਦਾਦਾ ਜੀ ਜਾਂ ਨਾਨਾ ਜੀ ਨੇ ਸੁਣਾਈ ਹੋਣੀ ਤੁਹਾਨੂੰ। ਹੁਣ ਉਹੀ ਚੀਜ਼ ਸਿੱਖਿਆ ਅੱਗੇ ਨਹੀਂ ਵੰਡਦੇ ਹੋ।
ਪੇਰੈਂਟਸ ਨੂੰ ਪਤਾ ਹੋਏਗੀ, ਮगर ਪੇਰੈਂਟਸ ਸੋਚਦੇ ਨੇ ਚਲੋ ਬਈ, ਕਿਉਂਕਿ ਅੱਜ ਕੱਲ੍ਹ ਨਾ ਮਤਲਬ ਸਾਡੇ ਸਿੱਖ ਐਜ਼ ਅ ਸਿੱਖ ਤੌਰ 'ਤੇ ਨਾ ਸਾਨੂੰ ਬਾਬੇ ਹੋਣਾ ਹੈ, ਬਾਬੇ ਇਨ ਦਾ ਸੈਂਸ ਕਿ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਪਾਸੇ ਹੋਣਾ ਹੈ, ਮਗਰ ਪੜ੍ਹੇ ਲਿਖੇ ਬਾਬੇ ਹੋਣਾ ਹੈ, ਦੋਨੋਂ ਐਕੈਡੈਮਿਕ ਪਲੱਸ ਦੂਸਰਾ ਵੀ ਸਪਿਰਿਚੁਅਲ ਵੀ। ਅਤੇ ਮਗਰ ਅੱਜ ਕੱਲ੍ਹ ਦੇ ਪੇਰੈਂਟਸ ਜ਼ਿਆਦਾ ਜ਼ੋਰ ਕਿਸ 'ਤੇ ਦਿੰਦੇ ਨੇ, ਸਿਰਫ ਐਕੈਡੈਮਿਕਸ 'ਤੇ, ਸਿਰਫ ਐਜੂਕੇਸ਼ਨ 'ਤੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਇਨਸਾਨ ਦੋ ਲੱਤਾਂ ਉੱਪਰ ਚੱਲਦਾ ਉਸ ਤਰ੍ਹਾਂ ਹੀ ਐਕੈਡੈਮਿਕਸ ਪਲੱਸ ਸਪਿਰਿਚੁਅਲ ਦੋਨੋਂ ਚੀਜ਼ਾਂ ਚਾਹੀਦੀਆਂ ਨੇ। ਅਤੇ ਇਹ ਚੀਜ਼ ਬਹੁਤ ਵੱਡੀ ਘਾਟ ਹੈ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਸੁਣਾ ਰਹੇ ਹੋ ਦਰਬਾਰ ਸਾਹਿਬ ਦੀ, ਹੁਣ ਵੀ ਦੇਖੋ ਤੇ ਸਪੈਸ਼ਲੀ ਸੇਵਾਦਾਰ ਖੜੇ ਕਰਨੇ ਪੈਂਦੇ ਨੇ ਵੀਡੀਓਜ਼ ਰੋਕਣੇ ਵਾਸਤੇ ਕਿ ਵੀਡੀਓ ਨਾ ਬਣਾਓ। ਉਹ ਤੇ ਮਤਲਬ ਅਗਰ ਅਸੀਂ ਇਨ ਚੀਜ਼ਾਂ ਨੂੰ ਨਹੀਂ ਰੋਕਾਂਗੇ, ਉਹ ਐਜ਼ ਏ ਟੂਰਿਸਟ ਪਲੇਸ ਉਹਨਾਂ ਵਾਸਤੇ ਟੂਰਿਸਟ ਪਲੇਸ ਹੈ। ਮਗਰ ਫਿਰ ਵੀ ਅੱਜ ਅਸੀਂ ਦੇਖੀਏ ਲੇਕਿਨ ਲੋਕ ਉਹ ਚੀਜ਼ ਕਰ ਜਾਂਦੇ ਨੇ ਬਿਲਕੁਲ। ਹਾਲੇ ਵੀ ਕਿੰਨੇ ਕੇਸਿਸ ਆਉਂਦੇ ਨੇ, ਦੇਖੋ ਤੁਸੀਂ ਕਿੰਨੇ ਕੇਸਿਸ ਆਉਂਦੇ ਨੇ, ਮਗਰ ਇਹਦੀ ਢਿੱਲ ਸਾਡੀ ਆਪਣੀ ਵੀ ਹੈ, ਸੇਵਾਦਾਰਾਂ ਦੀ ਵੀ ਹੈ, ਜੋ ਉੱਥੇ ਦੇ ਹੁੰਦੇ ਨੇ ਉਹਨਾਂ ਨੂੰ ਵੀ ਸਟ੍ਰਿਕਟਲੀ ਬੋਲ ਦੇਣਾ ਚਾਹੀਦਾ। ਜੇ ਉਧਰ ਮੈਂ ਕਈ ਵਾਰੀ ਐਸਾ ਵੀ ਦੇਖਿਆ ਕਿ ਕਿਸੇ ਸਿੱਖ ਨੂੰ ਬਣਾ ਦਿਆਂਗੇ, ਕਿਸੇ ਨੌਨ ਸਿੱਖ ਨੂੰ ਰੋਕ ਦਾਂਗੇ। ਰੂਲ ਸਾਰਿਆਂ ਵਾਸਤੇ ਇੱਕੋ ਨੇ, ਅਗਰ ਤੁਸੀਂ ਨੌਨ ਸਿੱਖ ਨੂੰ ਰੋਕ ਰਹੇ ਹੋ, ਸਿੱਖ ਨੂੰ ਵੀ ਰੋਕੋ ਤੁਸੀਂ ਉੱਥੇ। ਅਤੇ ਇਹ ਚੀਜ਼ ਹੋਣੀ ਚਾਹੀਦੀ ਹੈ, ਸਟ੍ਰਿਕਟ ਰੂਲਸ ਹੋਣੇ ਚਾਹੀਦੇ ਨੇ। ਮਹਾਰਾਜ ਬਹੁਤ ਡਿਸਿਪਲਿਨ ਸੀ ਆਪਣੇ ਟਾਈਮ ਵਿੱਚ, ਅਤੇ ਸਾਨੂੰ ਵੀ ਡਿਸਿਪਲਿਨ ਦੱਸਣਾ ਪਏਗਾ। ਮਹਾਰਾਜ ਨੇ ਸਾਨੂੰ ਸੋਝੀ ਤੇ ਬਖਸ਼ੀ ਹੈ ਨਾ ਸਾਨੂੰ। ਅਸੀਂ ਅਗਰ ਮਹਾਰਾਜ ਦੇ ਘਰ ਦੇ ਵਜ਼ੀਰ ਹਾਂ ਗ੍ਰੰਥੀ ਸਿੰਘ, ਤਾਂ ਸਾਡਾ ਫਰਜ਼ ਬਣਦਾ, ਇਹ ਗ੍ਰੰਥੀ ਸਿੰਘ ਜੀ ਦਾ ਫਰਜ਼ ਬਣਦਾ, ਸੇਵਾਦਾਰ ਦਾ ਫਰਜ਼ ਬਣਦਾ ਕਿ ਗਲਤ ਨੂੰ ਰੋਕਣਾ ਵਿਦ ਡਿਸਿਪਲਿਨ। ਮਹਾਰਾਜ ਆਪਣੇ ਟਾਈਮ ਵਿੱਚ ਬਹੁਤ ਜ਼ਿਆਦਾ ਡਿਸਿਪਲਿਨ ਤੇ ਸਾਡੇ ਵਜ਼ੀਰ ਅਗਰ ਅਸੀਂ ਆਪਣੇ ਆਪ ਨੂੰ ਕਹਿੰਦੇ ਤਾਂ ਸਾਡਾ ਫਰਜ਼ ਬਣਦਾ ਇਹ ਚੀਜ਼ ਰੋਕਣਾ, ਔਰ ਸਟ੍ਰਿਕਟਲੀ। ਭਾਵੇਂ ਕੋਈ ਨਾਰਾਜ਼ ਹੁੰਦਾ, ਭਾਵੇਂ ਕਮੇਟੀ ਵਾਲਾ ਕੋਈ ਨਾਰਾਜ਼ ਹੁੰਦਾ, ਭਾਵੇਂ ਕਮੇਟੀ ਵਾਲੇ ਨੂੰ ਜਾ ਕੇ ਕੋਈ ਕੰਪਲੇਂਟ ਕਰਦਾ ਕਿ ਸਾਨੂੰ ਇਸ ਤਰ੍ਹਾਂ ਬੋਲਿਆ ਤੇ ਬੋਲਦੇ। ਦੇਖ ਸਕਦੇ ਨਾ ਕਿ ਮਹਾਰਾਜ ਜੀ ਨੇ ਯੁੱਧਾਂ ਜਾਂ ਜੰਗਾਂ ਵੇਲੇ ਵੀ ਪਾਠ ਨਹੀਂ ਛੱਡਿਆ ਉਹਨਾਂ ਨੇ, ਆਸਾ ਦੀ ਵਾਰ ਪੂਰੀ ਕੀਤੀ ਸੀ ਉਹਨਾਂ ਨੇ। ਸੱਸਾ ਨਦੀ ਦਾ ਵਿਛੋੜਾ ਹੋ ਰਿਹਾ ਸੀ, ਔਰ ਤੁਸੀਂ ਦੇਖੋ ਗੁਰੂ ਸਾਹਿਬ ਨੇ ਕਦੇ ਪਾਠ ਨਹੀਂ ਛੱਡਿਆ। ਹੁਣ ਭਾਈ ਅਨੋਖ ਸਿੰਘ ਬੱਬਰ ਜੀ ਦੀ ਮੈਂ ਤੁਹਾਨੂੰ ਸ਼ੇਅਰ ਕਰਾਂ, ਹੈ ਨਾ, ਜੋ 84 ਦੇ ਵਿੱਚ ਸ਼ਹੀਦ ਹੋਏ ਸੀ। ਪਾਠ ਛੱਡਣ ਦੀ ਗੱਲ ਹੈ, ਅਤੇ ਹੁਣ ਅਸੀਂ ਵੀ ਕਈ ਵਾਰੀ ਛੱਡ ਜਾਂਦੇ ਹਾਂ, ਟਾਈਮ ਅੱਗੇ ਪਿੱਛੇ ਹੋ ਜਾਂਦਾ, ਮਗਰ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਈਵਨ ਮੈਂ ਆਪਣੇ ਆਪ ਵਾਸਤੇ ਵੀ ਸਿੱਖ ਲੈ ਰਿਹਾ ਕਿ ਮੈਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਕਰੀਏ, ਡੇਲੀ ਕਰੀਏ ਔਰ ਟਾਈਮ 'ਤੇ ਕਰੀਏ। ਭਾਈ ਅਨੋਖ ਸਿੰਘ ਬੱਬਰ ਸ਼ਹੀਦੀ ਦੇ ਟਾਈਮ ਇੱਕ ਅੱਖ ਨਿਕਲੀ ਹੋਈ ਹੈ, ਪੁਲਿਸ ਟੌਰਚਰ ਕਰ ਰਹੀ ਹੈ, ਉਹਨਾਂ ਦੀ ਇੱਕ ਅੱਖ ਨਿਕਲੀ ਹੋਈ ਹੈ, ਉਲਟਾ ਟੰਗਿਆ ਹੋਇਆ ਹੈ, ਉਹਨਾਂ ਦੀ ਅੱਖ ਕੱਢ ਦਿੱਤੀ ਜਾਂਦੀ ਹੈ ਜਦੋਂ ਬੇਹੋਸ਼ ਹੋ ਜਾਂਦੇ ਨੇ। ਜਦੋਂ ਉੱਠਦੇ ਨੇ ਅਤੇ ਨਾਲ ਦੇ ਸੰਤਰੀ ਨੂੰ ਪੁੱਛਦੇ ਨੇ ਵੀ ਟਾਈਮ ਕਿੰਨਾ ਹੋਇਆ, ਉਹ ਕਹਿੰਦਾ 6:45, ਜੋ ਵੀ ਉਸਨੇ ਟਾਈਮ ਦੱਸਿਆ। ਫਿਰ ਉਹ ਕਹਿੰਦੇ ਉਹ ਸੋਦਰ ਦਾ ਟਾਈਮ ਹੋ ਗਿਆ। ਇਸ ਕੰਡੀਸ਼ਨ ਨੇ ਉਲਟੇ ਲਟਕੇ ਹੋਏ, ਅੱਖ ਬਾਹਰ ਕੱਢੀ ਹੋਈਆਂ ਨੇ ਉਹਨਾਂ ਦੀਆਂ, ਪੂਰੀ ਬੋਡੀ 'ਤੇ ਟੌਰਚਰ ਕੀਤਾ ਹੋਇਆ, ਹੱਡੀਆਂ ਤੋੜੀ ਹੋਈਆਂ ਨੇ, ਅਤੇ ਉਹਨਾਂ ਨੇ ਸੋਦਰ ਦਾ ਪਾਠ ਕੀਤਾ ਉਸ ਕੰਡੀਸ਼ਨ ਵਿੱਚ। ਉਸ ਤੋਂ ਬਾਅਦ ਉਹ ਜੇਲਰ ਹੈ ਜਿਹੜਾ, ਉਹ ਕਹਿੰਦਾ ਕਿ ਇਹਦਾ ਮੂੰਹ ਬੰਦ ਕਰਾਓ, ਫਿਰ ਉਹਨਾਂ ਦੀ ਜ਼ੁਬਾਨ ਕੱਢ ਦਿੱਤੀ ਜਾਂਦੀ ਹੈ, ਫਿਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਹ ਐਸੇ ਗੁਰਸੇ ਕਿ ਮੈਂ ਪੁਰਾਣੀ ਨਹੀਂ ਸੁਣਾ ਰਿਹਾ ਤੁਹਾਨੂੰ, ਇਹ ਰੀਸੈਂਟਲੀ 84 ਦੀ ਗੱਲ ਹੈ। ਅਤੇ ਮਤਲਬ ਡਿਸਿਪਲਿਨ ਬਹੁਤ ਜ਼ਰੂਰੀ ਹੈ ਸਿੱਖ ਦੀ ਲਾਈਫ ਵਿੱਚ, ਔਰ ਹੋਣਾ ਚਾਹੀਦਾ। ਮਹਾਰਾਜ ਕਿਰਪਾ ਕਰਨ ਸਾਰਿਆਂ ਵਿੱਚ ਆਏ, ਮੇਰੇ ਵਿੱਚ ਵੀ ਆਏ, ਸਾਰਿਆਂ ਵਿੱਚ ਡਿਸਿਪਲਿਨ ਹੋਏ। ਜਿਹੜੀ ਪ੍ਰੋਬਲਮਸ ਅਸੀਂ ਮਤਲਬ ਦੇਖ ਰਹੇ ਹਾਂ ਕਿ ਜੋ ਚੀਜ਼ ਆ ਰਹੀ ਹੈ, ਉਸ ਨੂੰ ਮਤਲਬ ਓਵਰਕਮ ਕਰਨ ਵਾਸਤੇ ਜਾਂ ਠੀਕ ਕਰਨ ਵਾਸਤੇ ਤੁਸੀਂ, ਅਗਰ ਤੁਹਾਨੂੰ ਮੌਕਾ ਮਿਲੇ, ਤੁਸੀਂ ਕੀ ਕਰਨਾ ਚਾਹੋਗੇ? ਮੈਂ ਤਾਂ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦਾ ਜੋ ਮਾਡਲ ਹੈ ਇੱਕ, ਹੈ ਨਾ, ਗੁਰਦੁਆਰੇ ਆਏ ਸੋਝੀ ਪਾਏ ਸੀ, ਗੁਰਬਾਣੀ ਵਿੱਚ ਵੀ ਆਉਂਦਾ, ਹੈ ਨਾ। ਗੁਰੂ ਘਰਾਂ ਨੂੰ ਸਿੱਖਿਆ ਦਾ ਕੇਂਦਰ ਪ੍ਰੋਪਰ ਬਣਾਇਆ ਜਾਏ। ਗੁਰੂ ਘਰਾਂ ਵਿੱਚ ਜੋ ਬੱਚਿਆਂ ਨੂੰ ਸੰਭਾਲ ਦਾ ਮੌਕਾ ਦਿੱਤਾ ਜਾਏ। ਇਸ ਤਰ੍ਹਾਂ ਕੋਈ ਯੂਥ ਹੈ ਜਾਂ ਯੂਥ ਉੱਥੇ ਦੇ ਸਿੱਖ ਨੌਜਵਾਨ ਸੇਵਾਦਾਰ ਸਭ ਹੈ, ਉਹਨਾਂ ਨੂੰ ਹਰ ਵੀਕ ਵਿੱਚ ਇੱਕ ਦਿਨ ਹੋਏ ਜੋ ਬੱਚੇ ਵੀ ਪ੍ਰਕਾਸ਼ ਕਰਾਂਗੇ, ਬੱਚੇ ਕੀਰਤਨ ਕਰਾਂਗੇ, ਸਾਰਾ ਇਸ ਤਰ੍ਹਾਂ ਦਾ ਸਿਸਟਮ ਹੋਏ। ਪਹਿਲੇ ਇਹ ਚੀਜ਼ ਸੀ, ਲੇਕਿਨ ਅੱਜ ਬੱਚਾ ਮਤਲਬ ਇਹ ਚੀਜ਼ ਘੱਟ ਹੋ ਗਈ। ਬੱਚਾ ਸਟੇਜ 'ਤੇ ਨਹੀਂ ਚੜ੍ਹ ਰਿਹਾ, ਬੱਚੇ ਕੀਰਤਨ ਨਹੀਂ ਕਰ ਰਹੇ, ਬੱਚੇ ਕਵਿਸ਼ੀ ਜਾਂ ਕਥਾ ਨਹੀਂ ਕਰ ਰਹੇ, ਹੈ ਨਾ, ਜਾਂ ਉਹਨਾਂ ਦੇ ਮਨ ਵਿੱਚ ਉਹ ਚੀਜ਼ ਡਰ ਵੀ ਹੈ ਇੱਕ ਤਰ੍ਹਾਂ, ਉਹ ਚੀਜ਼ ਚਾਕਾ ਨਹੀਂ ਖੁੱਲ੍ਹ ਪਾ ਰਿਹਾ। ਉਹ ਚੀਜ਼ ਅਗਰ ਖੁੱਲ੍ਹੇ ਹੋਣੀ ਚਾਹੀਦੀ ਹੈ, ਉਹ ਨਿਕਲਣੀ ਚਾਹੀਦੀ ਹੈ ਉਹ ਚੀਜ਼। ਔਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਯੂਥ ਅੰਦਰ ਤੇ ਆਏ, ਭਾਵੇਂ ਆਪਣੀ ਐਕੈਡੈਮਿਕਸ ਪੜ੍ਹਾਈ ਪੜ੍ਹਨ ਹੀ ਆਏ, ਮਗਰ ਗੁਰਦੁਆਰਾ ਸਾਹਿਬ ਐਂਟਰ ਤੇ ਕਰੇ। ਗੁਰਦੁਆਰਾ ਸਾਹਿਬ ਵਿੱਚ ਜਿਮ ਹੋਣੀ ਚਾਹੀਦੀ ਹੈ, ਫਿਟਨੈਸ ਦੇ ਉੱਪਰ ਜ਼ੋਰ ਹੋਣਾ ਚਾਹੀਦਾ ਹੈ, ਅਖਾੜੇ ਹੋਣੇ ਚਾਹੀਦੇ ਨੇ ਗੁਰਦੁਆਰਾ ਸਾਹਿਬ ਵਿੱਚ, ਹਰ ਗੁਰਦੁਆਰਾ ਸਾਹਿਬ ਵਿੱਚ। ਇਹ ਬੇਸਿਕਸ ਨੇ। ਜਦੋਂ ਇਹ ਚੀਜ਼ਾਂ ਗੁਰਦੁਆਰਾ ਸਾਹਿਬ ਵਿੱਚ ਹੋਣਾ ਸ਼ੁਰੂ ਹੋ ਗਈ ਨਾ, ਸਾਡਾ ਬੱਚਾ ਯੂਥ ਵਿਗੜ ਨਹੀਂ ਸਕਦਾ। ਸਾਡਾ ਬੱਚਾ ਚੌਕ 'ਚ ਨਹੀਂ ਖੜਾ ਹੋਏਗਾ, ਸ਼ਾਮੀ ਜਿਮ ਆਏਗਾ, ਗੁਰਦੁਆਰਾ ਸਾਹਿਬ ਦੀ ਜਿਮ ਆ ਕੇ ਮਹਾਰਾਜ ਦੇ ਅੱਗੇ ਮੱਥਾ ਟੇਕ ਕੇ, ਜਿਮ ਕਰਕੇ ਮੱਥਾ ਟੇਕ ਕੇ, ਪ੍ਰਸ਼ਾਦ ਲੈ ਕੇ, ਹੁਕਮਨਾਮਾ ਸੁਣ ਕੇ ਫਿਰ ਘਰ ਜਾਏਗਾ। ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਲਿਆਉਣਾ ਹੈ। ਹਾਂ, ਲਾਇਬ੍ਰੇਰੀ ਹੋਏਗੀ ਬਾਹਰ, 1500 2000 ਰੁਪਏ ਇੱਕ ਮੰਥ ਦਾ ਲਾਇਬ੍ਰੇਰੀ ਲੈਂਦੇ ਨੇ। ਤੁਸੀਂ ਨਾ ਰੱਖੋ, ਮਿਨੀਮਲ ਚਾਰਜਸ ਰੱਖ ਲਓ, ਜੋ ਸਿਰਫ ਐਜ਼ ਏ ਬਿਜਲੀ ਦਾ ਖਰਚਾ ਨਿਕਲੇ। ਹਰ ਗੁਰਦੁਆਰਾ ਸਾਹਿਬ ਵਿੱਚ ਕਿੰਨੇ ਕਮਰੇ ਨੇ, ਇਹ ਅਸੀਂ ਇੱਥੇ ਗੁਰਦੁਆਰਾ ਸਾਹਿਬ ਬੈਠੇ, ਕਿੰਨੇ ਕਮਰੇ ਫ੍ਰੀ ਹੋਣਗੇ, ਮਗਰ ਇੱਕ ਕਮਰਾ ਵੀ ਅਗਰ ਲਾਇਬ੍ਰੇਰੀ ਵੈਕੈਂਟ ਬਣਾ ਦਿੱਤੀ ਜਾਏ ਬੱਚਿਆਂ ਦੇ ਪੜ੍ਹਨ ਵਾਸਤੇ, ਬੱਚੇ ਯੂਨੀਵਰਸਿਟੀ ਜਾਂਦੇ ਨੇ ਪੜ੍ਹਨ ਵਾਸਤੇ, ਕਈਆਂ ਦੇ ਘਰ ਵਿੱਚ ਐਸਾ ਐਟਮੋਸਫੇਅਰ ਨਹੀਂ ਹੁੰਦਾ। ਅਤੇ ਇਹ ਚੀਜ਼ਾਂ ਜੋ ਬੇਸਿਕਸ ਨੇ, ਹਾਲੇ ਤਾਂ ਹੋਰ ਵੀ ਕਾਫੀ ਚੀਜ਼ਾਂ ਹਨ ਨੇ ਜੋ ਅਸੀਂ ਮਤਲਬ ਕੈਂਪਸ ਲਗਾਉਣੇ ਚਾਹੀਦੇ ਨੇ ਬੱਚਿਆਂ ਵਾਸਤੇ ਕੰਪੀਟੀਸ਼ਨਸ ਰੱਖੀਏ, ਮਤਲਬ ਇਸ ਤਰ੍ਹਾਂ ਦੇ ਜਿਹਦੇ ਨਾਲ ਯੂਥ ਅਟਰੈਕਟ ਹੋਏ। ਹੁਣ ਸਾਨੂੰ ਗੁਰਸਿੱਖ ਬੱਚੇ ਨਹੀਂ ਅਟਰੈਕਟ ਕਰਨੇ, ਸਾਨੂੰ ਬੱਚੇ ਅਟਰੈਕਟ ਕਰਨੇ ਨੇ ਜੋ ਆਲਰੇਡੀ ਅੱਗੇ ਪਿੱਛੇ ਭਟਕੇ ਹੋਏ ਨੇ। ਉਸ ਤਰ੍ਹਾਂ ਦੀ ਐਕਟੀਵਿਟੀਜ਼ ਕੀਤੇ ਜਾਣ ਜਿਹਦੇ ਨਾਲ ਉਹ ਬੱਚਾ ਸਾਡੇ ਵਿੱਚ ਆਏ। ਸੋਸ਼ਲ ਮੀਡੀਆ ਬਹੁਤ ਅੱਛਾ ਪਲੇਟਫਾਰਮ ਹੈ। ਸੋਸ਼ਲ ਮੀਡੀਆ ਵਿੱਚ ਐਸੀ ਐਕਟੀਵਿਟੀਜ਼, ਐਸੀ ਵੀਡੀਓਜ਼, ਜਿਸ ਤਰ੍ਹਾਂ ਇੱਕ ਬਾਣੀ ਚੈਨਲ ਦਾ ਬਹੁਤ ਵਧੀਆ ਉਪਰਾਲਾ ਹੈ। ਮੈਂ ਕਹਿੰਦਾ ਕਿ ਵੀ ਇਹਨਾਂ ਨੇ ਬਹੁਤ ਵਧੀਆ ਲੈਵਲ 'ਤੇ ਜੰਮੂ ਦਾ ਪ੍ਰਚਾਰ ਕਰ ਰਹੇ ਨੇ। ਹਰ ਜਗ੍ਹਾ ਗੁਰਮਤਿ ਸਮਾਗਮ ਕਵਰ ਕਰਨਾ, ਕੋਈ ਐਸੀ ਡਿਬੇਟ ਹੋ ਰਹੀ ਹੈ ਉਹ ਕਵਰ ਕਰਨੀ, ਕੋਈ ਐਸਾ ਕੋਈ ਮਤਲਬ ਇਸ਼ੂ ਆ ਜਾਂਦਾ, ਉਸ ਇਸ਼ੂ ਨੂੰ ਹਾਈਲਾਈਟ ਕਰਕੇ ਉਸਨੂੰ ਸੋਲਵ ਕਰਵਾਉਣਾ। ਇਹ ਐਸੇ ਪਲੇਟਫਾਰਮਸ ਹੋਣੇ ਚਾਹੀਦੇ ਨੇ ਜਿਸ ਦੇ ਨਾਲ ਯੂਥ ਦੇਖੇ। ਹੁਣ ਯੂਥ ਇਸ ਤਰ੍ਹਾਂ ਅਗਰ ਮੇਰੀ ਕਿਤੇ ਇੰਟਰਵਿਊ ਕਿਤੇ ਹੋ ਰਿਹਾ ਹੁੰਦਾ ਨਾ ਗੁਰਦੁਆਰਾ ਸਾਹਿਬ ਬੈਠ ਕੇ, ਯੂਥ ਨੇ ਉਹ ਨਹੀਂ ਦੇਖ ਪਾਉਣਾ ਸੀ। ਇੱਕ ਬਾਣੀ
ਦੇ ਚੈਨਲ ਦੇ ਥਰੂ ਸੋਸ਼ਲ ਮੀਡੀਆ ਤੇ ਹੋ ਰਿਹਾ, ਜਿਸਨੇ ਨਹੀਂ ਵੀ ਦੇਖਣਾ ਉਹ ਵੀ ਦੇਖ ਪਾਏਗਾ। ਮਤਲਬ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਸੋਸ਼ਲ ਮੀਡੀਆ ਦਾ ਵੀ ਅੱਛਾ ਯੂਜ਼ ਕਰ ਸਕਦੇ ਹਾਂ ਅਸੀਂ ਯੂਥ ਨੂੰ ਬੁਲਾਉਣ ਵਾਸਤੇ। ਬਾਕੀ ਗੁਰੂ ਸਾਹਿਬ ਦੇ ਅਕੋਰਡਿੰਗ ਹਰ ਗੁਰੂ ਘਰ ਦਾ ਸਟਰਕਚਰ ਬਣਾਇਆ ਜਾਏ, ਬੱਚਾ ਆਪਣੇ ਆਪ ਗੁਰੂ ਘਰ ਆਏਗਾ। ਬਹੁਤ ਵਧੀਆ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਅੱਛਾ ਲੱਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਵੀਰ ਜੀ ਨਾਲ ਗੱਲ ਕੀਤੀ, ਵੀਰ ਜੀ ਨੇ ਕਾਫੀ ਕੁਝ ਸਾਨੂੰ ਦੱਸਿਆ ਕਿ ਕਿਵੇਂ ਸਿੰਘ ਜਿਹੜੇ ਜਿਨ੍ਹਾਂ ਦੀ ਇੱਕ ਅੱਖ ਬਾਹਰ ਨਿਕਲ ਗਈ ਸੀ ਲੇਕਿਨ ਉਹਨਾਂ ਨੇ ਆਪਣਾ ਪਾਠ ਨਹੀਂ ਛੱਡਿਆ, ਅਤੇ ਅਸੀਂ ਵੀ ਇਹ ਚੀਜ਼ ਪ੍ਰਣ ਕਰੀਏ ਕਿ ਅਸੀਂ ਆਪਣਾ ਕਦੇ ਪਾਠ ਨਾ ਛੱਡੀਏ। ਇਹ ਮੈਂ ਸਿਰਫ ਬਾਕੀਆਂ ਵਾਸਤੇ ਨਹੀਂ, ਆਪਣੇ ਵਾਸਤੇ ਵੀ ਇਹ ਚੀਜ਼ ਸ਼ਾਇਦ ਮੈਂ ਕਹਾਂਗੀ ਕਿ ਹਾਂ ਮੈਂ ਵੀ ਕਦੇ ਨਾ ਛੱਡਾਂ, ਅਤੇ ਨਾ ਮੈਂ ਕਿਸੇ ਨੂੰ ਕਹਾਂ ਕਿ ਉਹ ਵੀ ਛੱਡਣ, ਕਿਉਂਕਿ ਅਸੀਂ ਸਾਡੇ ਕੋਲ ਹੋਰ ਕੁਝ ਨਹੀਂ ਹੈ, ਸਿਰਫ ਬਾਬਾ ਜੀ ਦੇ ਇਲਾਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਲਾਵਾ ਸਾਡੇ ਕੋਲ ਕੋਈ ਨਹੀਂ ਹੈ। ਸਾਡੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਗੇ, ਸਾਡੇ ਸਾਰਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਗੇ। ਸੋ ਹੁਣ ਮੈਨੂੰ ਦਿਓ ਇਜਾਜ਼ਤ, ਮੈਂ ਆਪ ਜੀ ਨੂੰ ਫਿਰ ਮਿਲਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग